ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਿਲਾਫ ਐਕਸ਼ਨ ਦੇ ਵਿੱਚ ਐਨਆਈਏ ਪੰਜਾਬ, ਦਿੱਲੀ, ਯੂਪੀ ਅਤੇ ਰਾਜਸਥਾਨ ਦੇ ਵਿੱਚ ਲਾਰੈਂਸ ਦੇ ਸਾਥੀਆਂ ਤੇ ਤਾਬੜਤੋੜ ਛਾਪੇਮਾਰੀ। ਲਾਰੈਂਸ ਤੋਂ ਪੁੱਛਗਿੱਛ ਤੋਂ ਬਾਅਦ ਚਲਾਇਆ ਸਰਚ ਆਪਰੇਸ਼ਨ। बीएसएफ ਦੀਆਂ ਮਹਿਲਾ ਜਵਾਨਾਂ ਨੇ ਨਾਕਾਮ ਕੀਤੀ ਪਾਕਿਸਤਾਨ ਦੀ ਡਰੋਨ ਵਾਲੀ ਸਾਜ਼ਿਸ਼। ਅੰਮ੍ਰਿਤਸਰ ਦੇ ਵਿੱਚ ਕਾਂਸਟੇਬਲ ਪ੍ਰੀਤੀ ਤੇ ਭਾਗਿਆਸ਼੍ਰੀ ਨੇ ਫਾਇਰਿੰਗ ਕਰ ਡੇਗਿਆ ਡਰੋਨ। ਹੈਰੋਇਨ ਦਾ ਪੈਕੇਜ ਬਰਾਮਦ। ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਾਰੀ। ਬਟਾਲਾ ਵਿੱਚ ਅਕਾਲੀ ਵਰਕਰ ਅਜੀਤਪਾਲ ਦਾ ਗੋਲੀਆਂ ਮਾਰ ਕੇ ਕਤਲ। ਨੈਸ਼ਨਲ ਹਾਈਵੇ ਤੇ ਹਮਲਾਵਰਾਂ ਨੇ ਕਾਰ ਦੇ ਵਿੱਚ ਚਲਾਈਆਂ ਗੋਲੀਆਂ। ਅਜੀਤਪਾਲ ਨੇ ਮੌਕੇ ਤੇ ਹੀ ਤੋੜਿਆ ਦਮ। ਅੱਜ ਖਤਮ ਹੋਣ ਜਾ ਰਿਹਾ ਡੀਜੀਪੀ ਦਾ ਗਨ ਕਲਚਰ ਵਾਲਾ ਅਲਟੀਮੇਟਮ। बाद दोपहर फिर एक्शन मोड ਦੇ ਆਵੇਗੀ ਪੁਲਿਸ। ਡੀਜੀਪੀ ਨੇ ਸੰਬੰਧਿਤ ਸੋਸ਼ਲ ਮੀਡੀਆ ਤੋਂ ਇਤਰਾਜ਼ਯੋਗ ਕੰਟੈਂਟ ਹਟਾਉਣ ਦੇ ਲਈ ਦਿੱਤੀ ਸੀ ਮੌਲਤ। ਕੇਂਦਰ ਨੇ ਪੰਜਾਬ ਦੇ ਲਈ ਘਟਾਇਆ ਮੁਫਤ ਅਨਾਜ ਸਕੀਮ ਵਾਲਾ ਕਣਕ ਦਾ ਕੋਟਾ। 3 ਮਹੀਨੇ ਦੀ ਐਲੋਕੇਸ਼ਨ ਦੇ ਵਿੱਚ 11% ਘੱਟ ਭੇਜੀ ਕਣਕ। 17.5 ਲੱਖ ਲੋਕਾਂ ਦੇ ਲਈ ਅਨਾਜ ਦਾ ਪੈਦਾ ਹੋਇਆ ਗੰਭੀਰ ਸੰਕਟ। ਕਥਿਤ ਸਿੰਜਾਈ ਘੁਟਾਲੇ ਦੇ ਵਿੱਚ ਵਿਜੀਲੈਂਸ ਨੇ ਤੇਜ਼ ਕੀਤੀ ਜਾਂਚ। ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਤੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਕੀਤਾ ਤਲਬ। ਅੱਜ ਮੋਹਾਲੀ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ। ਵਿਜੀਲੈਂਸ ਅੱਗੇ ਪੇਸ਼ ਹੋਏ ਸਾਬਕਾ ਡਿਪਟੀ ਸੀਐਮ ਓਪੀ ਸੋਨੀ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਹੋ ਰਹੀ ਪੁੱਛਗਿੱਛ। ਸਾਬਕਾ ਡੀਜੀਪੀ ਸੁਮੇਸ਼ ਸੈਣੀ ਦੀ ਕੋਟਕਪੁਰਾ ਗੋਲੀकांड ਦੀ ਜਾਂਚ ਕਰ ਰਹੀ ਐਸਆਈਟੀ ਅੱਗੇ ਪੇਸ਼ੀ। ਅੱਜ ਚੰਡੀਗੜ੍ਹ ਦਫ਼ਤਰ ਦੇ ਵਿੱਚ ਦੁਪਹਿਰ 2 ਵਜੇ ਬੁਲਾਇਆ। ਐਸਆਈਟੀ ਨੇ ਜਾਂਚ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕੀਤਾ ਸੰਮਨ। ਜਲੰਧਰ ਵਿੱਚ ਬਾਉਂਸਰ ਦਾ ਗੋਲੀਆਂ ਮਾਰ ਕੇ ਕਤਲ। ਟੈਕਸੀ ਯੂਨੀਅਨ ਦੇ ਪ੍ਰਧਾਨ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਹੋਈ ਸੀ ਮਾਮੂਲੀ ਬਹਿਸ। ਇੱਕ ਮਹਿਲਾ ਨੂੰ ਵੀ ਲੱਗੀ ਗੋਲੀ। ਬਠਿੰਡਾ ਦੇ ਦਿਆਲਪੁਰਾ ਥਾਣੇ ਤੋਂ ਗਾਇਬ ਹਥਿਆਰਾਂ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ। ਸਸਪੈਂਡ ਮੁੰਸ਼ੀ ਸੰਦੀਪ ਦੇ 3 ਦੋਸਤਾਂ ਨੇ ਪਿਸਤੌਲ ਵੇਚਣ ਦਾ ਕਰਾਇਆ ਸੀ ਸੌਦਾ। ਸਾਹਿਲ ਨਾਂ ਦੇ ਮੁਲਜ਼ਮ ਦੇ ਕੋਲੋਂ ਬਰਾਮਦ ਹੋਈ ਸੀ ਪਿਸਤੌਲ। ਸੁਲਤਾਨਪੁਰ ਲੋਧੀ ਦੇ ਵਿੱਚ ਸੜਕ ਤੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ। ਲੋਹੇ ਦੀ ਰੋਡ ਦੇ ਨਾਲ ਸਿਰ ਤੇ ਕੀਤਾ ਵਾਰ। ਘਰੇਲੂ ਕਲੇਸ਼ ਦੇ ਵਿੱਚ ਸਹੁਰਾ ਪਰਿਵਾਰ ਨੇ ਹੀ ਕੁੱਟਿਆ। ਪੰਚਕੂਲਾ ਦੇ ਵਿੱਚ ਵਾਪਰਿਆ ਦਰਦਨਾਕ ਹਾਦਸਾ। ਤੇਜ਼ ਰਫ਼ਤਾਰ ਸਕਾਰਪੀਓ ਨੇ ਬਾਈਕ ਨੂੰ ਮਾਰੀ ਜ਼ੋਰਦਾਰ ਟੱਕਰ। ਸਕੇ ਭੈਣ ਭਰਾ ਦੀ ਮੌਤ। ਤਾਏ ਦਾ ਬੇਟਾ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋ ਸੰਧੂਤਾ। ਮਾਸਟਰਮਾਈਂਡ ਦੇ ਟਿਕਾਣਿਆਂ ਤੇ ਰੇਡ ਹੋ ਰਹੀ ਹੈ। ਵੱਡੀ ਖਬਰ ਤੋਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਲਾਰੈਂਸ ਗੈਂਗ ਦੇ ਖਿਲਾਫ ਐਨਆਈਏ ਦਾ ਵੱਡਾ ਐਕਸ਼ਨ ਹੈ। 4 ਸੂਬਿਆਂ ਦੇ ਵਿੱਚ 20 ਥਾਵਾਂ ਤੇ ਤਾਬੜਤੋੜ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ, ਦਿੱਲੀ, ਯੂਪੀ ਅਤੇ ਰਾਜਸਥਾਨ ਦੇ ਵਿੱਚ ਛਾਪੇਮਾਰੀ ਚੱਲ ਰਹੀ ਹੈ। ਲਾਰੈਂਸ ਦੇ ਸਾਥੀਆਂ ਦੇ ਟਿਕਾਣਿਆਂ ਤੇ ਵੱਡੀ ਰੇਡ ਕੀਤੀ ਜਾ ਰਹੀ ਹੈ। ਤਾਂ ਇਹ ਵੱਡੀ ਖਬਰ ਹੈ। ਐਨਆਈਏ ਦੇ ਵੱਲੋਂ ਆਪਰੇਸ਼ਨ ਲਾਰੈਂਸ ਕੀਤਾ ਜਾ ਰਿਹਾ ਕਹਿ ਸਕਦੇ ਆ, ਕਿਉਂਕਿ ਲਾਰੈਂਸ ਤੋਂ ਪੁੱਛਗਿੱਛ ਤੋਂ ਬਾਅਦ ਟਿਕਾਣਿਆਂ ਤੇ ਛਾਪੇ ਮਾਰੇ ਜਾ ਰਹੇ ਨੇ। ਸਾਥੀਆਂ ਦੇ ਟਿਕਾਣਿਆਂ ਤੇ ਛਾਪੇ ਹੋ ਰਹੇ ਨੇ। ਦੱਸ ਦਈਏ ਕਿ ਸਰਚ ਆਪਰੇਸ਼ਨ ਜਿਹੜਾ ਹੈ ਪੁੱਛਗਿੱਛ ਤੋਂ ਬਾਅਦ ਇਹ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ 4 ਸੂਬੇ ਨੇ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਵਿੱਚ ਜਿੱਥੇ ਗੁਰਗਿਆਂ ਦਾ ਵੱਡਾ ਨੈਟਵਰਕ ਹੈ ਤਾਂ ਉੱਥੇ ਵੱਖੋ-ਵੱਖ ਥਾਈਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਦੱਸ ਦਈਏ ਕਿ ਐਨਆਈਏ ਪੰਜਾਬ ਤੋਂ ਲਾਰੈਂਸ ਨੂੰ ਲੈ ਕੇ ਗਈ ਹੈ। ਰਿਮਾਂਡ ਤੇ ਚੱਲ ਰਿਹਾ ਲਾਰੈਂਸ ਔਰ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਯੂਏਪੀਏ ਦੇ ਤਹਿਤ ਜਿਹੜਾ ਉਹ ਮਾਮਲਾ ਜਾਂ ਕਹਿ ਲਈਏ ਕਿ ਹੁਣ ਅੱਗੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋਈ ਹੈ। ਤਾਂ ਕਿੱਥੇ ਨੈਟਵਰਕ ਨੇ ਜਾਂ ਕਹਿ ਲਈਏ ਕਿ ਗੈਂਗਸਟਰ ਤੋਂ ਬਾਅਦ ਜਿਹੜਾ ਸਫ਼ਰ ਹੈ ਅੱਤਵਾਦ ਦੀ ਦੁਨੀਆ ਦੇ ਵਿੱਚ ਕੀ ਉਹ ਵੀ ਸ਼ੁਰੂ ਹੋ ਚੁੱਕਿਆ ਜਾਂ ਕਿਸ ਤਰੀਕੇ ਦੇ ਨੈਟਵਰਕ ਨੇ ਤਾਂ ਉਸ ਨੂੰ ਲੈ ਕੇ ਪੁੱਛਗਿੱਛ ਹੋ ਰਹੀ ਹੈ। ਤੇ ਜਿਸ ਤੋਂ ਬਾਅਦ ਇਹ ਛਾਪੇ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ। ਇਸ ਕਰਕੇ ਵੀ ਅਹਿਮ ਨੇ ਕਿ ਆਖਰਕਾਰ ਕਿਹੜੇ ਲੋਕ ਵੱਡੀ ਜਿਹੜੀ ਹਿੱਟ ਲਿਸਟ ਦੇ ਵਿੱਚ ਆਉਂਦੇ ਨੇ। ਤਾਂ ਇਸੇ ਵਿਚਕਾਰ ਇੱਕ ਹੋਰ ਵੱਡੀ ਖਬਰ ਦੇ ਵੱਲ ਰੁਖ ਕਰਦੇ ਹਾਂ। ਲੁਧਿਆਣਾ ਦੇ ਦੁਰਾਹਾ ਦੇ ਵਿੱਚ ਵੀ ਦੱਸਦੀ ਕਿ ਐਨਆਈਏ ਦੀ ਰੇਡ ਚੱਲ ਰਹੀ ਹੈ। ਪਿੰਡ ਰਾਜਗੜ੍ਹ ਹੈ ਜਿੱਥੇ ਗੈਂਗਸਟਰ ਰਵੀ ਰਾਜਗੜ੍ਹ ਦਾ ਘਰ ਹੈ। ਉੱਥੇ ਖੰਗਾਲਿਆ ਜਾ ਰਿਹਾ ਪੁਲਿਸ ਦੇ ਵੱਲੋਂ, ਐਨਆਈਏ ਦੇ ਵੱਲੋਂ ਖੰਗਾਲਿਆ ਜਾ ਰਿਹਾ। ਲਾਰੈਂਸ ਬਿਸ਼ਨੋਈ ਦਾ ਸਾਥੀ ਹੈ ਰਵੀ ਰਾਜਗੜ੍ਹ। ਮੂਸੇਵਾਲਾ ਕਤਲकांड ਦੇ ਨਾਲ ਵੀ ਤਾਰ ਜਿਹੜੇ ਨੇ ਉਹ ਜੁੜੇ ਹੋਏ ਨੇ। ਤਾਂ ਪਿਛਲੇ ਮਹੀਨੇ ਵੀ ਰਵੀ ਰਾਜਗੜ੍ਹ ਦੇ ਘਰ ਇਹ ਰੇਡ ਹੋਈ ਸੀ। ਗੈਂਗਸਟਰ ਰਵੀ ਤੇ ਦੱਸਦੀ ਕਿ 10 ਅਪਰਾਧਿਕ ਮਾਮਲੇ ਦਰਜ ਨੇ। ਪੁਲਿਸ ਦੀ ਗਿਰਫਤ ਤੋਂ ਫਰਾਰ ਹੈ ਰਵੀ ਰਾਜਗੜ੍ਹ। ਤਾਂ ਹੁਣ ਇਹ ਵੱਡੀ ਖਬਰ ਹੈ ਕਿ ਰਵੀ ਰਾਜਗੜ੍ਹ ਦੇ ਟਿਕਾਣਿਆਂ ਤੇ ਛਾਪੇ ਹੋ ਰਹੇ ਨੇ। ਤਸਵੀਰ ਵੀ ਦਿਖਾ ਰਹੇ ਹਾਂ ਰਾਜਗੜ੍ਹ ਦੀ ਔਰ ਐਕਸਕਲੂਸਿਵ ਤਸਵੀਰ ਹੈ ਕਿ ਟੀਮ ਜਿਹੜੀ ਹੈ ਪਹੁੰਚੀ ਹੋਈ ਹੈ। ਫੋਨ ਲਾਈਨ ਤੇ ਨੇ ਸਾਡੇ ਨਾਲ ਰੋਹਿਤ ਗੌਰ ਜ਼ਿਆਦਾ ਜਾਣਕਾਰੀ ਲਈ।
रोहित की कुछ जानकारी है, तस्वीर हालांकि ਅਸੀਂ देख पा रहे हैं। जी बिल्कुल गुरजोत, मैं ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਸਵੇਰੇ ਲਗਭਗ 5 ਵਜੇ ਦੇ ਕਰੀਬ ਐਨਆਈਏ ਦੀ ਰੇਡ ਹੋਈ ਹੈ ਔਰ ਇਸ ਰੇਡ ਦੇ ਵਿੱਚ तमाम ਉਹ ਪਹਿਲੂ ਖੰਗਾਲੇ ਜਾ ਰਹੇ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕੇਸ ਦੇ ਨਾਲ ਜੁੜੇ ਹੋਣ ਦੀ ਗੱਲ ਕਹੀ ਜਾ ਰਹੀ ਹੈ ਔਰ ਇਸ ਦੇ ਨਾਲ ਰਵੀ ਰਾਜਗੜ੍ਹ ਜਿਹੜੇ ਹੈਗੇ ਨੇ ਉਸ ਦੇ 10 ਮੁਕੱਦਮੇ ਜਿਹੜੇ ਨੇ ਉਹ ਅਪਰਾਧਿਕ ਜਿਹੜੇ ਮਾਮਲੇ ਦਰਜ ਹੈਗੇ ਨੇ ਉਸ ਦੇ ਨਾਲ ਉਸ ਨੂੰ 2011 ਦੇ ਵਿੱਚ ਕਤਲ ਦੇ ਕੇਸ ਦੇ ਮਾਮਲੇ 'ਚ ਉਸ ਨੂੰ ਉਮਰ ਕੈਦ ਵੀ ਸੁਣਾਈ ਜਾ ਚੁੱਕੀ ਹੈਗੀ ਹੈ ਮਾਨਯੋਗ ਅਦਾਲਤ ਵੱਲੋਂ। ਉਸ ਦੇ ਬਾਵਜੂਦ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈਗਾ ਤਾਂ ਪੁਲਿਸ ਲਗਾਤਾਰ ਜਿੱਥੇ ਉਸਦੀ ਪੜਤਾਲ ਕਰ ਰਹੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਹੁਣ ਐਨਆਈਏ ਵੀ ਉਸ ਦੀ ਪੜਤਾਲ ਦੇ ਵਿੱਚ ਜੁਟ ਗਈ ਹੈ ਔਰ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਰਵੀ ਰਾਜਗੜ੍ਹ ਕਈ ਐਸੇ ਮਾਮਲਿਆਂ 'ਚ ਨਾਮਜ਼ਦ ਹੈਗਾ ਜਿਹਦੇ 'ਚ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦਾ ਕਤਲ ਮਾਮਲਾ ਵੀ ਕਿਹਾ ਜਾ ਰਿਹਾ ਹੈ। जी ठीक है धन्यवाद है रोहित। फिलहाल जानकारी के लिए तो उम्र कैद की सजा सुनाई जा चुकी है रवि राजगढ़ नूं, पर हजे तक पुलिस की गिरफ्त तो बाहर है और उसके टिकाणे ते उसके घर जिहड़ी है वो रेड हुई है। इस तो पहला भी रेड हुई सी पिछले महीने। 10 आपराधिक मामले दर्ज ने इस ते और पुलिस की गिरफ्त तो फरार है। ਤਾਂ ਰੇਡ ਨੂੰ ਲੈ ਕੇ ਖਬਰ ਆ ਰਹੀ ਹੈ 20 ਥਾਵਾਂ ਤੇ ਤਾਬੜਤੋੜ ਛਾਪੇਮਾਰੀ ਕੀਤੀ ਜਾ ਰਹੀ ਹੈ। ਤਾਂ ਵੱਡੀ ਖਬਰ ਦਾ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿਉਂਕਿ ਅੱਜ ਪੰਜਾਬ, ਹਰਿਆਣਾ, ਦਿੱਲੀ ਔਰ ਰਾਜਸਥਾਨ ਯਾਨੀ ਕਿ ਇਹ ਨਾਲ ਲੱਗਦੇ ਸੂਬੇ ਨੇ, ਇੱਕ ਤੇ ਦੂਜੇ ਨਾਲ ਲੱਗਦੇ ਇਹ ਸੂਬੇ ਨੇ। ਪੰਜਾਬ ਦੇ ਨਾਲ ਰਾਜਸਥਾਨ ਵੀ ਲੱਗਦਾ ਹੈ, ਹਰਿਆਣਾ ਵੀ ਲੱਗਦਾ ਹੈ, ਹਰਿਆਣਾ ਦੇ ਨਾਲ ਦਿੱਲੀ ਲੱਗਦਾ ਹੈ। ਤਾਂ ਦੂਸਰੇ ਪਾਸੇ ਸਿੱਧੇ ਤੌਰ ਤੇ ਜਿਹੜਾ ਕਨੈਕਸ਼ਨ ਹੈ ਲਾਰੈਂਸ ਬਿਸ਼ਨੋਈ ਦਾ ਜੋ ਤਿਹਾੜ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਕਿਸ ਤਰੀਕੇ ਦੇ ਨਾਲ ਉਸਨੇ ਆਪਣਾ ਨੈਟਵਰਕ ਬਣਾਇਆ ਹੈ। ਬਹੁਤ ਸਾਰੇ ਮਾਮਲੇ ਪੰਜਾਬ ਦੇ ਵਿੱਚ ਦਰਜ ਨੇ ਔਰ ਇਸ ਤੋਂ ਬਾਅਦ ਜਿਹੜਾ ਮਾਸਟਰਮਾਈਂਡ ਹੈ ਵੱਡੇ ਕਤਲकांड ਦਾ ਤਾਂ ਉਸ ਨੂੰ ਲੈ ਕੇ ਵੀ ਲਗਾਤਾਰ ਸੁਰਖੀਆਂ ਦੇ ਵਿੱਚ ਹੈ। ਤਾਂ ਹਰਿਆਣਾ ਦੇ ਵਿੱਚ ਵੀ ਰੇਡ ਚੱਲ ਰਹੀ ਹੈ। ਹਰਿਆਣਾ ਦੇ ਵਿੱਚ ਵੀ ਐਨਆਈਏ ਦੀ ਰੇਡ ਹੈ। ਯਮੁਨਾ ਨਗਰ ਦੇ ਵਿੱਚ 2 ਥਾਵਾਂ ਤੇ ਐਨਆਈਏ ਦੀ ਛਾਪੇਮਾਰੀ ਹੋ ਰਹੀ ਹੈ। ਗੈਂਗਸਟਰ ਅਭਿਸ਼ੇਕ ਹੈ ਜਿਸ ਦੇ ਘਰ ਤੇ ਰੇਡ ਕੀਤੀ ਜਾ ਰਹੀ ਹੈ। ਫਰਕਪੁਰ ਇਲਾਕਾ ਹੈ ਜਿੱਥੇ ਛਾਪੇਮਾਰੀ ਚੱਲ ਰਹੀ ਹੈ। ਸਿਮਰਨਜੀਤ ਬਾਬਾ ਦਾ ਵੀ ਜੋ ਹੈ ਘਰ ਖੰਗਾਲਿਆ ਜਾ ਰਿਹਾ ਯਾਨੀ ਕਿ ਵੱਖੋ ਵੱਖਰੇ ਇੱਕ ਨਾਂ ਨੇ ਪੂਰੇ ਹਿੱਟ ਲਿਸਟ ਦੇ ਵਿੱਚ ਨੇ। ਪੂਰੀ ਐਨਆਈਏ ਦੀ ਗੱਲ ਕੀਤੀ ਜਾਵੇ ਕਿਉਂਕਿ ਪੁੱਛ ਪੜਤਾਲ ਹੋਈ, ਸਵਾਲ ਜਵਾਬ ਹੋਏ ਲਾਰੈਂਸ ਬਿਸ਼ਨੋਈ ਤੋਂ, ਜਿਸ ਤੋਂ ਬਾਅਦ ਇਹ ਛਾਪੇ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ। ਤਾਂ ਫਰਕਪੁਰ ਇਲਾਕਾ ਹੈ ਜਿੱਥੇ ਛਾਪੇਮਾਰੀ ਚੱਲ ਰਹੀ ਹੈ। ਯਮੁਨਾ ਨਗਰ ਦੇ ਵਿੱਚ ਇਹ 2 ਥਾਵਾਂ ਤੇ ਛਾਪੇਮਾਰੀ ਚੱਲ ਰਹੀ ਹੈ। ਗੈਂਗਸਟਰ ਅਭਿਸ਼ੇਕ ਹੈ ਜਿਸ ਦੇ ਘਰ ਤੇ ਰੇਡ ਹੋ ਰਹੀ ਹੈ। ਇਸ ਤੋਂ ਇਲਾਵਾ ਫਰਕਪੁਰ ਇਲਾਕਾ ਹੈ ਜਿੱਥੇ ਛਾਪੇਮਾਰੀ ਚੱਲ ਰਹੀ ਹੈ। ਸਿਮਰਨਜੀਤ ਬਾਬਾ ਦਾ ਘਰ ਵੀ ਖੰਗਾਲਿਆ ਜਾ ਰਿਹਾ। ਕੁਝ ਸਮੇਂ ਪਹਿਲਾਂ ਹੀ ਦੱਸਦੀ ਕਿ ਜੇਲ੍ਹ ਤੋਂ ਬਾਹਰ ਆਇਆ ਬਾਬਾ ਔਰ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਕੁਝ ਸਮੇਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ। ਯਾਨੀ ਕਿ ਜਿੰਨੇ ਵੀ ਇਹ ਸਾਰੇ ਕ੍ਰਿਮੀਨਲ ਨੇ ਜਾਂ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਘਰ ਤੇ ਰੇਡ ਹੋ ਰਹੀ ਹੈ, ਗੈਂਗਸਟਰ ਦੱਸੇ ਜਾ ਰਹੇ ਨੇ, ਸਾਥੀ ਦੱਸੇ ਜਾ ਰਹੇ ਨੇ ਲਾਰੈਂਸ ਬਿਸ਼ਨੋਈ ਦੇ। ਤਾਂ ਇਹਨਾਂ ਤੇ ਜਾਂ ਤਾਂ ਮਾਮਲੇ ਦਰਜ ਨੇ ਜਾਂ ਇਨਵੈਸਟੀਗੇਸ਼ਨ ਹੋ ਰਹੀ ਹੈ ਜਾਂ ਫਿਰ ਜੇਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਹੀ ਸਜ਼ਾ ਬੋਲੀ ਜਾ ਚੁੱਕੀ ਹੈ। ਆशीष शर्मा ने फोन लाइन पे पत्रकार यमुना नगर तो। आशीष, क्या कुछ जानकारी है? देखो फिलहाल जो ताज़ा जानकारी है क्योंकि फिलहाल जो है एनआईए ਦੀ ਜਿਹੜੀ ਰੇਡ ਹੈ ਚੱਲ ਰਹੀ ਹੈ। ਫਿਲਹਾਲ ਯਮੁਨਾ ਨਗਰ ਦੇ ਵਿੱਚ 2 ਜਗ੍ਹਾ ਤੇ ਐਨਆਈਏ ਨੇ ਰੇਡ ਕੀਤੀ ਹੈ। ਪਹਿਲੀ ਜਗ੍ਹਾ ਜਿਹੜੀ ਹੈ ਫਰਕਪੁਰ ਇਲਾਕੇ ਦੇ ਵਿੱਚ ਹੈ ਜਿਹਦੇ ਵਿੱਚ ਅਭਿਸ਼ੇਕ ਨਾਮ ਦਾ ਇੱਕ ਯੁਵਕ ਹੈ ਜਿਹੜਾ ਉਹਦਾ ਆਲਰੇਡੀ ਅਪਰਾਧਿਕ ਉਹਦੀ ਹਿਸਟਰੀ ਰਹੀ ਹੈ ਔਰ ਉਹਦੇ ਘਰ ਰੇਡ ਹੋਈ ਹੈ। ਉਸ ਤੋਂ ਬਾਅਦ ਜਿਹੜੀ ਐਨਆਈਏ ਦੀ ਟੀਮ ਹੈ ਇਹ ਸਿਮਰਨਜੀਤ ਸਿੰਘ ਬਾਬਾ ਨਾਮਕ ਇੱਕ ਸ਼ਖਸ ਹੈ ਉਹਦੇ ਘਰੇ ਰੇਡ ਕੀਤੀ ਜਾ ਰਹੀ ਹੈ ਔਰ ਇਹਦੀ ਵੀ ਜਿਹੜੀ ਹਿਸਟਰੀ ਹੈ ਕਾਫੀ ਅਪਰਾਧਿਕ ਰਹੀ ਹੈ ਔਰ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਵੀ ਜਿਹੜਾ ਅਭਿਸ਼ੇਕ ਹੈ ਇਹ ਕਾਲਾ ਰਾਣਾ ਦਾ ਗੁਰਗਾ ਦੱਸਿਆ ਜਾ ਰਿਹਾ ਹੈ। ਕਾਲਾ ਰਾਣਾ ਇੱਕ ਗੈਂਗਸਟਰ ਹੈ ਜਿਹਦੇ ਘਰ ਪਿਛਲੇ ਦਿਨਾਂ ਐਨਆਈਏ ਨੇ ਪਹਿਲਾਂ ਰੇਡ ਕੀਤੀ ਸੀ ਔਰ ਉਹਦੇ ਘਰੋਂ ਕੁਝ ਹਥਿਆਰ ਵੀ ਬਰਾਮਦ ਹੋਏ ਸੀ। ਤਾਂ ਇਸ ਲਈ ਇਹ ਮਾਮਲਾ ਕਾਫੀ ਇਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਲਾਰੈਂਸ ਬਿਸ਼ਨੋਈ ਨਾਲ ਵੀ ਇਹਦੇ ਤਾਰ ਜੁੜੇ ਹੋਣ ਕਿਉਂਕਿ ਕਾਲਾ ਰਾਣਾ ਕਿਤੇ ਨਾ ਕਿਤੇ ਕਈ ਵਾਰ ਚਰਚਾ 'ਚ ਆਇਆ ਲਾਰੈਂਸ ਬਿਸ਼ਨੋਈ ਨੂੰ ਵੀ ਲੈ ਕੇ। ਔਰ ਫਿਲਹਾਲ ਜਿਹੜੀ ਐਨਆਈਏ ਦੀ ਜਿਹੜੀ ਰੇਡ ਹੈ ਉਹ ਚੱਲ ਰਹੀ ਹੈ। ਲੋਕਲ ਪੁਲਿਸ ਹੈ ਜਿਹੜੀ ਉਹ ਵੀ थोड़ा दूरी बना के दूर खड़ी है लेकिन फिलहाल की कार्रवाई हुई है की बरामद हो रहा है और ये थोड़ा आने वाले टाइम च खुल के गल्लां पता चलणगियां। फिलहाल जो रेड चल रही है और ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਐਨਆਈਏ ਦੀ ਵੱਲੋਂ। ਠੀਕ ਹੈ, ਧੰਨਵਾਦ ਹੈ तमाम ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਯਮੁਨਾ ਨਗਰ ਤੋਂ ਸਾਡੇ ਪੱਤਰਕਾਰ ਜਾਣਕਾਰੀ ਦੇ ਰਹੇ ਸਨ ਕਿ ਕਿਸ ਤਰੀਕੇ ਦੇ ਨਾਲ ਰੇਡ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ
ਰੇਡਸ ਹੋ ਚੁੱਕੀਆਂ ਨੇ। ਕਾਲਾ ਰਾਣਾ ਦਾ ਨਾਂ ਜਿਹੜਾ ਹੈ ਉਹ ਕਾਫੀ ਚਰਚਾ ਦੇ ਵਿੱਚ ਰਿਹਾ ਸੀ, ਤਾਂ ਉਸ ਦਾ ਸਾਥੀ ਵੀ ਦੱਸਿਆ ਜਾ ਰਿਹਾ। ਹਾਲਾਂਕਿ ਇਹ ਵੀ ਹੈ ਕਿ ਕਨੈਕਸ਼ਨ ਹੋ ਸਕਦਾ ਹੈ ਲਾਰੈਂਸ ਦੇ ਨਾਲ ਵੀ ਹੋਏ, ਡਾਇਰੈਕਟਲੀ ਜਾਂ ਫਿਰ ਇਨਡਾਇਰੈਕਟਲੀ, ਪਰ ਇਹ ਸਿੱਧੇ ਤੌਰ ਤੇ ਸਾਫ਼ ਹੈ NIA ਦੇਸ਼ ਦੀ ਸਭ ਤੋਂ ਵੱਡੀ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ, ਤਾਂ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਵੱਡੀ ਰੇਡ ਕੀਤੀ ਜਾ ਰਹੀ ਹੈ। ਔਰ ਆਪਰੇਸ਼ਨ ਲਾਰੈਂਸ ਇਸ ਨੂੰ ਤਾਂ ਕਰਕੇ ਕਿਹਾ ਜਾ ਰਿਹਾ ਹੈ ਕਿ ਆਖਰਕਾਰ ਲਾਰੈਂਸ ਜੋ ਹੈ NIA ਦੇ ਰਿਮਾਂਡ ਤੇ ਹੈ, ਔਰ ਰਿਮਾਂਡ ਦੇ ਦੌਰਾਨ ਉਸ ਤੋਂ ਸਵਾਲ ਜਵਾਬ ਕੀਤੇ ਜਾ ਰਹੇ ਨੇ, ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਉਸ ਤੋਂ ਹੋ ਸਕਦਾ ਹੈ ਕਿ ਜੋ ਉਸਨੇ ਖੁਲਾਸੇ ਕੀਤੇ ਹੋਣ ਜਾਂ ਜੋ ਜਾਣਕਾਰੀ ਦਿੱਤੀ ਹੋਵੇ ਉਸ ਤੋਂ ਬਾਅਦ ਇਹ ਰੇਡ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਲਾਰੈਂਸ ਨੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿਵਾਇਆ, ਜੇਲ੍ਹ ਦੇ ਵਿੱਚ ਬੈਠ ਕੇ ਪਲੈਨਿੰਗ ਕੀਤੀ, ਨਾ ਸਿਰਫ ਪਲੈਨਿੰਗ ਕੀਤੀ ਬਲਕਿ ਉਹ ਕਤਲकांड ਹੋਇਆ ਵੀ, ਔਰ ਹਥਿਆਰ ਜਿਹੜੇ ਨੇ ਕਿੱਥੋਂ ਆਏ ਨੇ, ਔਰ ਬਹੁਤ ਹੀ ਅਜਿਹੇ ਹਥਿਆਰ ਜਿਨ੍ਹਾਂ ਨੂੰ ਦੂਰੋਂ ਦੂਰੋਂ ਮੰਗਵਾਇਆ ਗਿਆ, ਰਾਜਸਥਾਨ ਤੋਂ, UP ਤੋਂ, ਇਸ ਤਰੀਕੇ ਦੀ ਇਹ ਤਸਕਰੀ ਹੋਈ ਔਰ ਪੈਸਾ ਉਸ ਦੇ ਵਿੱਚ ਲਗਾਇਆ। ਜਿਹੜੇ ਗੁਰਗੇ ਨੇ ਉਹ ਇਕੱਠੇ ਕੀਤੇ, ਕੁਝ ਅਣਜਾਣ ਲੋਕਾਂ ਨੂੰ ਨਾਲ ਲਿਆ, ਪੈਸੇ ਦਾ ਲਾਲਚ ਦਿੱਤਾ, ਨਸ਼ੇ ਦਾ ਲਾਲਚ ਦਿੱਤਾ, ਉਹਨਾਂ ਲੋਕਾਂ ਨੂੰ ਨਾਲ ਲੈ ਕੇ ਗੱਡੀਆਂ ਮੁਹੱਈਆ ਕਰਵਾਈਆਂ, ਉਸ ਤੋਂ ਬਾਅਦ ਕਤਲकांड ਹੋਇਆ। ਉਹ ਸਾਰੀ ਵਾਰਦਾਤ ਕਿਸ ਤਰੀਕੇ ਦੇ ਨਾਲ ਹੋਈ, ਤਾਂ ਜਿਸ ਤੋਂ ਬਾਅਦ ਹੁਣ ਇਹ ਖੁਲਾਸੇ ਹੋ ਰਹੇ ਨੇ ਕਿ ਫੰਡਿੰਗ ਜਿਹੜੀ ਹੈ ਕੀ ਹੁੰਦੀ ਹੈ ਜਾਂ ਨਹੀਂ ਹੁੰਦੀ, ਜਾਂ ਫਿਰ ਹੋਰ ਕੌਣ-ਕੌਣ ਇਸ ਦੇ ਵਿੱਚ ਜਾ ਰਿਹਾ ਹੈ ਜਾਂ ਮਿਲ ਰਿਹਾ ਹੈ। ਸਿੱਧਾ ਚੱਲਦੇ ਹਾਂ, ਮੇਰੇ ਸਹਿਯੋਗੀ ਮਨੋਜ ਰਾਠੀ ਨੇ ਸਾਡੇ ਨਾਲ ਲਾਈਵ ਮੌਜੂਦ ਨੇ। ਮਨੋਜ, ਸਭ ਤੋਂ ਪਹਿਲਾਂ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਜੋ ਅੱਜ NIA ਦੇ ਵੱਲੋਂ ਛਾਪੇ ਮਾਰੇ ਜਾ ਰਹੇ ਨੇ, NIA ਜੋ ਵੱਖੋ-ਵੱਖ ਟਿਕਾਣਿਆਂ ਤੇ ਪਹੁੰਚ ਰਹੀ ਹੈ, ਕਿਉਂਕਿ ਜਾਣਕਾਰੀ ਇਹ ਹੈ ਕਿ ਲਾਰੈਂਸ ਦੇ ਉਹ ਸਾਥੀ ਨੇ, ਸਿੱਧੇ ਜਾਂ ਸਿੱਧੇ ਤੌਰ ਤੇ ਹੋ ਸਕਦੇ ਨੇ। ਸਭ ਤੋਂ ਪਹਿਲਾਂ ਮੁੱਢਲੀ ਜਾਣਕਾਰੀ ਕੀ ਹੈ ਤੁਹਾਡੇ ਕੋਲ? देखो गुरजोत, ਇਹਦੇ ਵਿੱਚ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਮਿਲ ਰਹੀ ਹੈ, ਕਿਉਂਕਿ ਥੋੜੇ ਦਿਨ ਪਹਿਲਾਂ ਹੀ ਲਾਰੈਂਸ ਬਿਸ਼ਨੋਈ ਨੂੰ NIA ਦੀ ਜਿਹੜੀ ਟੀਮ ਹੈ ਉਹ ਦਿੱਲੀ ਲੈ ਕੇ ਗਈ ਹੈ। ਲਗਾਤਾਰ ਪੁੱਛਗਿੱਛ ਹੋ ਰਹੀ ਹੈ ਕਿਉਂਕਿ ਇੱਕ ਜਿਹੜਾ ਮਾਮਲਾ ਦਰਜ ਕੀਤਾ ਸੀਗਾ UAPA ਦਾ, ਉਹਦੇ ਵਿੱਚ ਇਹ ਕੈਟੇਗਰੀ ਦੇ ਜਿਹੜੇ ਗੈਂਗਸਟਰ ਨੇ, 9 ਗੈਂਗਸਟਰ ਜਿਹੜੇ ਆ ਬਾਈ ਨੇਮ। ਸਭ ਤੋਂ ਪਹਿਲਾ ਨਾਂ ਸੀਗਾ ਲਾਰੈਂਸ ਬਿਸ਼ਨੋਈ, ਕਾਲਾ ਜਠੇੜੀ, ਗੋਲਡੀ ਬਰਾੜ, ਹੋਰ ਉਹਨਾਂ ਦੇ ਜਿਹੜੇ ਸਾਥੀ ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਇਆ ਸੀਗਾ ਉਹਦੇ ਵਿੱਚ ਹੀ ਉਹਨੂੰ ਲੈ ਕੇ ਜਾਈ ਗਈ ਹੈ। ਤੇ ਹੁਣ ਇਨਫੋਰਮੇਸ਼ਨ ਜਿਹੜੀ ਸਾਨੂੰ ਮਿਲ ਰਹੀ ਹੈ ਕਿ NIA ਨੇ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਹੈ, ਜਿਹਦੇ ਵਿੱਚ ਕਈ ਚੀਜ਼ਾਂ, ਕਈ ਕਲੂ ਜਿਹੜੇ ਉਹਦੇ ਵਿੱਚ ਸਾਹਮਣੇ ਆਏ ਕਿ ਆਖਿਰ ਇਹਨਾਂ ਦਾ ਜਿਹੜਾ ਨੈਕਸਸ ਹੈ, ਇਹਨਾਂ ਦਾ ਜਿਹੜਾ ਪੂਰਾ ਜਿਹੜਾ ਨੈਕਸਸ ਹੈ, ਚਾਹੇ ਉਹ ਪੰਜਾਬ ਹੋਵੇ, ਦਿੱਲੀ ਹੋਵੇ, ਹਰਿਆਣਾ, ਰਾਜਸਥਾਨ, ਉਹ ਚੱਲਦਾ ਕਿਸ ਤਰ੍ਹਾਂ ਹੈ, ਕਿਉਂਕਿ ਜੇਲ੍ਹਾਂ 'ਚ ਬਹਿ ਕੇ ਆਪਣਾ ਇਹ ਜਿਹੜਾ ਨੈਕਸਸ ਹੈ ਉਹ ਚਲਾ ਕਿਸ ਤਰ੍ਹਾਂ ਰਹੇ ਤੇ ਕਈ ਜਿਹੜੇ ਕਲੂਜ਼ ਹੈ ਉਹ ਪੁਲਿਸ ਨੂੰ ਮਿਲੇ ਹੈ। ਇਹਦੇ ਵਿੱਚ ਅੱਜ ਪੰਜਾਬ, ਹਰਿਆਣਾ, ਖਾਸ ਕਰ ਰਾਜਸਥਾਨ ਇਸ ਕਰਕੇ ਕਿਉਂਕਿ ਰਾਜਸਥਾਨ 'ਚ ਬਹੁਤ ਵੱਡਾ ਨੈਟਵਰਕ ਜਿਹੜਾ ਹੈ ਉਹ ਲਾਰੈਂਸ ਬਿਸ਼ਨੋਈ ਦਾ ਚੱਲਦਾ ਹੈ, ਬਹੁਤ ਵੱਡਾ ਨੈਕਸਸ। ਔਰ ਦੇ ਨਾਲ ਦਿੱਲੀ, ਪੰਜਾਬ 'ਚ ਉਹਦੇ ਜਿਹੜੇ ਸਾਥੀ ਹੈ, ਪੰਜਾਬ 'ਚ ਕਿਸ ਤਰ੍ਹਾਂ ਉਹਨਾਂ ਦਾ ਨੈਕਸਸ ਚੱਲ ਰਿਹਾ ਹੈ, ਕਿਉਂਕਿ ਹੁਣ ਵੀ ਉਹਦੇ ਜਿਹੜੇ ਖਾਸ ਹੈ ਰਵੀ ਰਾਜਗੜ੍ਹ, ਉਹਦੇ ਘਰ ਵੀ ਜਿਹੜੀ ਹੈ ਉਹ ਰੇਡ ਕੀਤੀ ਗਈ ਹੈ ਲੁਧਿਆਣਾ 'ਚ। ਇਹਦੇ ਨਾਲ ਰਾਜਸਥਾਨ 'ਚ ਕਈ ਜਗ੍ਹਾ ਜਿਹੜੀ ਹੈ ਰੇਡ ਚੱਲ ਰਹੀ ਹੈ। ਉਹਨਾਂ ਦਾ ਮਕਸਦ ਕੀ ਹੈ? NIA ਦਾ ਜਿਹੜਾ ਮਕਸਦ ਹੈ, ਜਿਹੜੇ ਕਲੂਜ਼ ਜਿਹੜੇ NIA ਨੂੰ ਮਿਲੇ ਉਹਦੇ ਵਿੱਚ ਟੈਰਰਿਸਟ ਕਨੈਕਸ਼ਨ ਜਿਹੜਾ ਹੈ ਉਹ ਖੰਗਾਲਿਆ ਜਾ ਰਿਹਾ ਹੈ ਕਿ ਆਖਿਰ ਇਹਨਾਂ ਦਾ ਜਿਹੜਾ ਟੈਰਰਿਸਟ ਕਨੈਕਸ਼ਨ ਹੈ ਉਹ ਕਿਸ ਤਰ੍ਹਾਂ ਦਾ ਹੈ। ਟੈਰਰਿਸਟ ਕਨੈਕਸ਼ਨ ਦੇ ਨਾਲ ਫੰਡਿੰਗ ਕਿੱਥੋਂ ਹੋ ਰਹੀ ਹੈ, ਖਾਸ ਕਰ ਫੰਡਿੰਗ ਕਿਸ ਤਰ੍ਹਾਂ ਹੋ ਰਹੀ ਹੈ, ਔਰ ਇਹਨਾਂ ਦਾ ਜਿਹੜੇ ਸਮਗਲਿੰਗ ਦਾ ਜਾਂ ਫਿਰ ਇਹਨਾਂ ਦਾ ਹਥਿਆਰਾਂ ਦੀ ਸਪਲਾਈ ਜਾਂ ਫਿਰ ਇਹਨਾਂ ਦੀ ਡਰੱਗਸ ਤਸਕਰੀ ਉਹ ਕਿਸ ਤਰ੍ਹਾਂ ਹੋ ਰਹੀ ਹੈ, ਕਿਹੜੇ ਲੋਕ ਇਹਨਾਂ ਨੂੰ ਕਈ ਚੀਜ਼ਾਂ ਮੁਹੱਈਆ ਕਰਾ ਰਹੇ। ਕਿਉਂਕਿ ਤੁਸੀਂ ਪਿਛਲੇ ਕਈ ਕੇਸਿਸ ਦੇਖ ਲਓ, ਚਾਹੇ ਉਹ ਸਿੱਧੂ ਮੂਸੇਵਾਲੇ ਦਾ ਕੇਸ ਹੋਵੇ, ਚਾਹੇ ਉਹ RPG ਅਟੈਕ, ਸਟੇਟ ਇੰਟੈਲੀਜੈਂਸ ਹੈਡਕੁਆਟਰ ਦੇ ਬਾਹਰ ਅਟੈਕ ਹੋਵੇ, ਜਾਂ ਫਿਰ ਡੇਰਾ ਪ੍ਰੇਮੀ ਦਾ ਅਟੈਕ ਹੋਵੇ, ਕਿਸ ਤਰ੍ਹਾਂ ਗੋਲਡੀ ਬਰਾੜ ਜਿਹੜਾ ਹੈ ਉਹ ਨੈਕਸਸ ਚਲਾ ਰਿਹਾ, ਕਿਉਂਕਿ ਲਾਰੈਂਸ ਬਿਸ਼ਨੋਈ ਦਾ ਬੜਾ ਖਾਸ ਹੈ। ਇਸ ਕਰਕੇ NIA ਨੂੰ ਕਈ ਕਲੂਜ਼ ਜਿਹੜੇ ਹੈ ਲਾਰੈਂਸ ਬਿਸ਼ਨੋਈ ਤੋਂ ਮਿਲੇ ਕਿ ਆਖਿਰ ਉਹਨਾਂ ਦਾ ਇਹ ਜਿਹੜਾ ਪੂਰਾ ਨੈਕਸਸ ਹੈ, ਖਾਸ ਕਰ ਪੰਜਾਬ 'ਚ ਕਿਸ ਤਰ੍ਹਾਂ ਚੱਲ ਰਿਹਾ ਹੈ ਟਾਰਗੇਟ ਕਿਲਿੰਗ ਨੂੰ ਲੈ ਕੇ। ਕਿਉਂਕਿ ਜਿਹੜੀ NIA ਨੂੰ ਕਈ ਜਿਹੜੇ ਕਲੂਜ਼ ਨੇ, ਕਈ ਜਿਹੜੀ ਜਾਣਕਾਰੀ ਉਹ ਮਿਲੀ, ਕਿਉਂਕਿ ਜਿਹੜੇ ਪਿਛਲੇ ਦਿਨਾਂ ਫੜੇ ਗਏ ਨੇ, ਚਾਹੇ ਉਹ ਗੁਰਗੇ ਫੜੇ ਗਏ ਨੇ ਗੈਂਗਸਟਰਾਂ ਦੇ, ਕਈ ਹੋਰ ਜਿਹੜੇ ਟੈਰਰਿਸਟ ਫੜੇ ਗਏ ਨੇ, ਉਹਨਾਂ ਤੋਂ ਪੁੱਛਗਿੱਛ ਬਹੁਤ ਸਾਰੀ ਚੀਜ਼ਾਂ, ਬਹੁਤ ਸਾਰੇ ਕਲੂਜ਼ ਜਿਹੜੇ ਆ ਉਹ NIA ਨੂੰ ਮਿਲੇ ਸੀਗੇ, ਜਿਸ ਤੋਂ ਬਾਅਦ ਇਹ ਲਗਾਤਾਰ ਛਾਪੇਮਾਰੀ ਹੈ ਉਹ ਕੀਤੀ ਜਾ ਰਹੀ ਹੈ। ਤੇ ਅੱਜ ਦਾ ਜਿਹੜਾ ਛਾਪੇਮਾਰੀ ਦਾ ਜਿਹੜਾ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਉਹ ਖਾਸ ਕਰ ਜਿਹੜੇ NIA ਦੇ ਸੋਰਸ ਦੱਸ ਰਹੇ ਆ, ਉਹ ਖਾਸ ਕਰ ਜਿਹੜਾ ਹੈ ਉਹ ਲਾਰੈਂਸ ਬਿਸ਼ਨੋਈ ਦੇ ਨਾਲ ਜੁੜਿਆ ਹੋਇਆ ਹੈ, ਉਹਦੇ ਨਾਲ ਸਾਰੀ ਚੀਜ਼ਾਂ ਜੁੜੀ ਹੋਈ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ। ਕਿਉਂਕਿ ਉਹਦੇ ਜਿਹੜੇ ਖਾਸ ਨੇ ਕਿਹੜੇ ਨੇ, ਕਿਉਂਕਿ ਉਹ ਜਿਹੜੇ ਬਾਹਰ ਨੇ, ਜਿਹੜੇ ਬਾਹਰ ਤੋਂ ਜਿਹੜੇ ਹਜੇ ਜੇਲ੍ਹ 'ਚ ਨਹੀਂ ਹੈ ਬੰਦ। ਪਹਿਲਾਂ ਤਾਂ ਇਹੀ ਜਿਹੜੀ ਸਰਚ ਕੀਤੀ ਜਾ ਰਹੀ ਹੈ ਕਿ ਜਿਹੜੇ ਜੇਲ੍ਹਾਂ 'ਚ ਬੰਦ ਨਹੀਂ ਹੈ, ਜਿਹੜੇ ਲਾਰੈਂਸ ਬਿਸ਼ਨੋਈ ਦੇ ਖਾਸ ਨੇ, ਉਹ ਕਿਸ ਤਰ੍ਹਾਂ ਜਿਹੜੀ ਚੀਜ਼ਾਂ ਮੁਹੱਈਆ ਕਰਾ ਰਹੇ। ਇਹਦੇ ਵਿੱਚ ਇੱਕ ਨਾਂ ਹੋਰ ਹੈ
ਰਵੀ ਰਾਜਗੜ੍ਹ ਤਾਂ ਹੈ ਹੀ ਹੈ, ਉਹਦਾ ਵੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਉਹ ਲਾਰੈਂਸ ਨੂੰ ਕਈ ਚੀਜ਼ਾਂ ਮੁਹੱਈਆ ਕਰਾਦਾ ਹੈ, ਕਈ ਫੰਡਿੰਗ ਦੀ ਜਿਹੜੀ ਹੈਗੀ ਹੈ ਪਰ ਕੀ ਲੱਗਦਾ ਹੈ ਮਨੋਜ ਕਿ ਕੋਈ ਪੋਸਿਬਿਲਿਟੀ ਹੈ ਕਿ ਐਨਆਈਏ ਦੀ ਇਸ ਰੇਡ ਦੇ ਦੌਰਾਨ ਕੋਈ ਹਥਿਆਰ, ਕੋਈ ਨਸ਼ੇ ਨੂੰ ਲੈ ਕੇ ਕੋਈ ਸਮਾਨ ਜਾਂ ਕਿਸੇ ਤਰ੍ਹਾਂ ਦੀ ਕੋਈ ਡਰੱਗ ਬਣੀ ਇਸ ਤਰ੍ਹਾਂ ਦੀ ਚੀਜ਼ ਬਰਾਮਦ ਹੋ ਸਕਦੀ ਹੈ? ਕਿਉਂਕਿ ਇੱਕੋ ਸਮੇਂ ਤੇ ਵੱਖੋ-ਵੱਖ ਥਾਵਾਂ ਤੇ ਛਾਪੇ ਮਾਰਨ ਦੀ ਤਾਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜੀ ਵੀ ਸ਼ੱਕੀ ਚੀਜ਼ਾਂ ਨੇ ਉਹਨਾਂ ਨੂੰ ਬਰਾਮਦ ਕੀਤਾ ਜਾਏ, ਸਬੂਤਾਂ ਦੇ ਵਜੋਂ ਉਹਨਾਂ ਨੂੰ ਵੇਖਿਆ ਜਾਵੇ, ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇ। ਮਨੋਜ ਦੇਖੋ ਗੁਰਜੋਤ, ਇਹਦੇ ਵਿੱਚ ਬਿਲਕੁਲ ਜਿਹੜੀ ਅਹਿਮ ਜਾਣਕਾਰੀ ਐਨਆਈਏ ਨੂੰ ਕਈ ਕਲੂਜ਼ ਜਿਹੜੇ ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਤਾਂ ਕਹਿ ਸਕਦੇ ਹਾਂ ਕਿ ਕਈ ਚੀਜ਼ਾਂ ਦੀ ਰਿਕਵਰੀ ਜਿਹੜੀ ਹੈ ਉਹ ਐਨਆਈਏ ਕਰ ਸਕਦੀ ਹੈ, ਕਿਉਂਕਿ ਖਾਸ ਜਿਹੜੇ ਉਹਨਾਂ ਦੇ ਟੱਚ ਸੀਗੇ, ਜਿਹੜੇ ਵੀ ਉਹਦੇ ਗੁਰਗੇ ਜਾਂ ਫਿਰ ਉਹਦੇ ਜਿਹੜੇ ਸਾਥੀ ਹੈ ਉਹ ਜਿਹੜੇ ਲਾਰੈਂਸ ਬਿਸ਼ਨੋਈ ਦੇ ਟੱਚ ਸੀਗੇ ਜਾਂ ਫਿਰ ਕਈ ਚੀਜ਼ਾਂ ਮੁਹੱਈਆ ਕਰਾਉਂਦੇ ਸੀ, ਕਿਉਂਕਿ ਇਹਨਾਂ ਦਾ ਜਿਹੜਾ ਕੰਮ ਹੈ ਜੇਲ੍ਹਾਂ 'ਚ ਬਹਿ ਕੇ ਜਿਸ ਤਰ੍ਹਾਂ ਆਪਣੇ ਗੁਰਗਿਆਂ ਨੂੰ ਕਹਿੰਦੇ ਕਿ ਤੁਸੀਂ ਇਹ ਕੰਮ ਕਰਨਾ ਹੈ ਤੇ ਉਹਨਾਂ ਨੂੰ ਫੰਡਿੰਗ ਕਰਨਾ, ਉਹਨਾਂ ਨੂੰ ਜਿਹੜੀ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਉਣਾ, ਉਹਨਾਂ ਨੂੰ ਰਹਿਣ ਨੂੰ, ਖਾਣ ਨੂੰ, ਪੀਣ ਨੂੰ, ਇਹ ਸਾਰੀ ਚੀਜ਼ਾਂ ਮੁਹੱਈਆ ਕਰਾਉਣਾ ਇੱਕ ਜ਼ਿੰਮੇਵਾਰੀ ਜਿਹੜੀ ਦਿੱਤੀ ਜਾਂਦੀ ਹੈ ਦੂਜੇ ਬੰਦਿਆਂ ਨੂੰ ਜਿਹੜੇ ਜੇਲ੍ਹ ਤੋਂ ਬਾਹਰ ਹੈ। ਉਹਨਾਂ ਨੂੰ ਸਾਰੀ ਪਿਸਟਲ ਜਿਹੜੀ ਹੈ ਯਾਨੀ ਹਥਿਆਰ ਕਿਨੇ ਮੁਹੱਈਆ ਕਰਾਏ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਕਹਿ ਸਕਦੇ ਕਿ ਐਨਆਈਏ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ, ਕਈ ਚੀਜ਼ਾਂ ਰਿਕਵਰੀ ਹੋ ਸਕਦੀ ਹੈ ਔਰ ਕਈ ਵੱਡੇ ਖੁਲਾਸੇ ਜਿਹੜੀ ਅੱਜ ਦੀ ਜਿਹੜੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ, ਕਈ ਖੁਲਾਸੇ, ਕਈ ਚੀਜ਼ਾਂ ਦਾ ਜਿਹੜਾ ਹੈਗਾ ਖੁਲਾਸਾ ਐਨਆਈਏ ਕਰ ਸਕਦੀ ਹੈ, ਕਿਉਂਕਿ ਲਗਾਤਾਰ ਹੁਣ ਜਿਹੜੀ ਅੱਜ ਸਵੇਰੇ ਤੋਂ ਹੀ ਸਵੇਰੇ अर्ਲੀ ਮਾਰਨਿੰਗ ਤੋਂ ਹੀ ਇਹ ਜਿਹੜੀ ਸਰਚ ਆਪਰੇਸ਼ਨ ਕੀਤੇ ਜਾ ਰਹੇ ਨੇ ਤੇ ਇਹਦੇ ਵਿੱਚ ਕਈ ਕਲੂਜ਼ ਜਿਹੜੇ ਆ ਉਹ ਐਨਆਈਏ ਕੋਲ ਹੈਗੇ, ਜਿਸ ਕਰਕੇ ਇਹ ਪੂਰਾ ਜਿਹੜਾ ਸਰਚ ਆਪਰੇਸ਼ਨ ਹੈ ਉਹ ਗੁਰਜੋਤ ਕੀਤਾ ਜਾ ਰਿਹਾ ਜੀ। ਠੀਕ ਹੈ ਮਨੋਜ, ਧੰਨਵਾਦ ਹੈ तमाम ਜਾਣਕਾਰੀ ਦੇ ਲਈ, ਸ਼ੁਕਰੀਆ। ਤਾਂ ਇਹ ਵੱਡੀ ਰੇਡ ਕੀਤੀ ਜਾ ਰਹੀ ਹੈ, ਐਨਆਈਏ ਦੇ ਵੱਲੋਂ ਵੱਡੀ ਰੇਡ ਕੀਤੀ ਜਾ ਰਹੀ ਹੈ, ਵੱਖੋ-ਵੱਖ ਥਾਵਾਂ ਤੇ ਛਾਪੇਮਾਰੀ ਹੋ ਰਹੀ ਹੈ ਔਰ ਇੱਥੋਂ ਕਿਤੇ ਨਾ ਕਿਤੇ ਰਿਕਵਰੀ ਨੂੰ ਲੈ ਕੇ ਵੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ। ਤਵੀ ਥਾਵਾਂ ਤੇ ਤਾਬੜਤੋੜ ਛਾਪੇਮਾਰੀ ਹੈ, ਯਮੁਨਾ ਨਗਰ ਦੇ ਵਿੱਚ 2 ਥਾਵਾਂ ਤੇ ਛਾਪੇਮਾਰੀ ਹੈ, ਲੁਧਿਆਣਾ ਦੇ ਵਿੱਚ ਵੀ ਜਿਹੜੀ ਹੈ ਛਾਪੇਮਾਰੀ ਹੋ ਰਹੀ ਹੈ। ਤਾਂ ਉੱਥੇ ਵੀ ਕਿਸ ਤਰੀਕੇ ਦੇ ਨਾਲ ਨੈਟਵਰਕ ਹੈ ਜਾਂ ਫਿਰ ਕਿਹਦੇ ਨਾਲ ਸੰਪਰਕ ਨੇ, ਜਿਹੜੇ ਕੁਝ ਅਜਿਹੇ ਨੇ ਨਾ ਜਿਹੜੇ ਫਰਾਰ ਵੀ ਚੱਲ ਰਹੇ ਨੇ, ਹਾਲਾਂਕਿ ਸਜ਼ਾ ਬੋਲੀ ਹੋਈ ਹੈ। ਤਾਂ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਐਨਆਈਏ ਆਪਣੇ ਤੌਰ ਤੇ ਜਿਹੜਾ ਉਹ ਕਾਰਵਾਈ ਕਰ ਰਹੀ ਹੈ ਔਰ ਸਖਤੀ ਦੇ ਨਾਲ ਸਾਰੇ ਮਾਮਲਿਆਂ ਨੂੰ ਵੇਖਿਆ ਜਾ ਰਿਹਾ ਹੈ। ਅੱਗੇ ਵਧਾਂਗੇ ਤਾਂ ਅੰਮ੍ਰਿਤਸਰ ਤੋਂ ਖਬਰ ਹੈ। ਅੰਮ੍ਰਿਤਸਰ ਦੇ ਵਿੱਚ ਬੀਐਸਐਫ ਨੇ ਪਾਕਿਸਤਾਨੀ ਡਰੋਨ ਡੇਗਿਆ। ਰਾਮਦਾਸ ਇਲਾਕਾ ਹੈ ਜਿੱਥੇ ਬੀਐਸਐਫ ਨੇ ਡਰੋਨ ਡੇਗਿਆ। ਬੀਐਸਐਫ ਦੀ ਮਹਿਲਾ ਕਾਂਸਟੇਬਲ ਪ੍ਰੀਤੀ ਤੇ ਭਾਗਸ਼੍ਰੀ ਦੱਸੇ ਜਾ ਰਹੇ ਨੇ ਇਹਨਾਂ ਦੇ ਨਾਂ, ਜਿਨ੍ਹਾਂ ਦੇ ਵੱਲੋਂ ਇਹ ਕਾਰਵਾਈ ਮੌਕੇ ਤੇ ਕੀਤੀ ਗਈ, ਯਾਨੀ ਕਿ ਫਾਇਰਿੰਗ ਕੀਤੀ ਗਈ। ਰਾਮਦਾਸ ਇਲਾਕਾ ਹੈ ਬੀਐਸਐਫ ਦਾ ਜਿੱਥੇ ਕਿ ਡਰੋਨ ਡੇਗਿਆ ਗਿਆ। ਡਰੋਨ ਦੀ ਹਲਚਲ ਜਿਹੜੀ ਹੈ 11:15 ਵਜੇ ਮਿਲੀ ਤਾਂ ਜਿਸ ਤੋਂ ਬਾਅਦ ਕਾਂਸਟੇਬਲ ਪ੍ਰੀਤੀ ਔਰ ਭਾਗਸ਼੍ਰੀ ਨੇ ਇਹ ਡਰੋਨ ਤੇ ਕਾਰਵਾਈ ਕੀਤੀ। ਦੋਹਾਂ ਨੇ ਕਰੀਬ 25 ਰਾਉਂਡ ਫਾਇਰ ਕੀਤੇ ਨੇ, ਯਾਨੀ ਕਿ ਮੌਕੇ ਤੇ ਤਾਬੜਤੋੜ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਇਹ ਡਰੋਨ ਨੂੰ ਡੇਗ ਲਿਆ ਗਿਆ। ਭਾਰਤੀ ਸਰਹੱਦ ਦੇ ਵਿੱਚ ਹੈਰੋਇਨ ਦਾ ਪੈਕਟ ਸੁੱਟਿਆ ਗਿਆ ਸੀ ਜੋ ਉਸ ਨੂੰ ਬਰਾਮਦ ਕਰ ਲਿਆ ਗਿਆ। ਸਰਹੱਦ ਦੇ ਨੇੜੇ ਖੇਤਾਂ ਦੇ ਵਿੱਚ ਚਿੱਟੇ ਰੰਗ ਦਾ ਪੋਲੀਥੀਨ ਸੁੱਟਿਆ ਗਿਆ ਸੀ। ਬੀਐਸਐਫ ਦੇ ਵੱਲੋਂ ਇਲਾਕੇ ਦੇ ਵਿੱਚ ਦੱਸਦੀ ਕਿ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। 2 ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ। ਪਹਿਲੀ ਤਸਵੀਰ ਹੈ ਬਾਰਡਰ ਤੇ ਜੋ ਪਾਕਿਸਤਾਨੀ ਡਰੋਨ ਵੇਖਿਆ ਗਿਆ ਤਾਂ ਉਸ ਨੂੰ ਡੇਗ ਲਿਆ ਗਿਆ। ਦੂਜੀ ਤਸਵੀਰ ਹੈ ਮਹਿਲਾ ਜਵਾਨਾਂ ਦੇ ਵੱਲੋਂ ਇਹ ਡਰੋਨ ਡੇਗਿਆ ਗਿਆ ਹੈ ਤਾਂ ਮਹਿਲਾਵਾਂ ਦੇ ਵੱਲੋਂ ਅਜਿਹੀ ਵੱਡੀ ਕਾਰਵਾਈ ਕੀਤੀ ਗਈ ਹੈ। ਮੌਕੇ ਤੇ 25 ਰਾਉਂਡ ਫਾਇਰ ਕੀਤੇ ਗਏ। राजीव शर्मा ने फोन लाइन से ज्यादा जानकारी ली। राजीव की कुछ पूरी जानकारी है हुण तक लगभग साफ हो चुकिया होएगा कि कुछ बरामद होया और किस तरीके की कार्रवाई हुई है? जी बिल्कुल, जो हुण तक की जिहड़ी जांच है, क्योंकि जिहड़ियां तस्वीरां असीं लगातार टीवी स्क्रीन ते भी दिखा रहे हैं कि जिस ड्रोन नूं हेठां सुੱਟਣ ਦੇ ਵਿੱਚ ਜਿਹੜੀਆਂ 2 महिला ਕਾਂਸਟੇਬਲ ਸੀ ਕਾਮਯਾਬ ਹੋਈਆਂ, ਤਾਂ ਉਸ ਡਰੋਨ ਦੇ ਹੇਠਾਂ ਹੀ ਕੁਝ ਤੁਸੀਂ ਦੇਖ ਸਕਦੇ ਹੋ ਕਿ ਪੈਕਟ ਦੇ ਵਿੱਚ ਚਿੱਟੇ ਰੰਗ ਦਾ ਜਿਹੜਾ ਪਾਊਡਰ ਹੈ ਜੋ ਕਿ ਨਸ਼ੀਲਾ ਪਾਊਡਰ ਦੱਸਿਆ ਜਾ ਰਿਹਾ। ਹਾਲਾਂਕਿ ਉਸ ਦੀ ਜਿਹੜੀ ਲੈਬੋਰੇਟਰੀ ਦੇ ਵਿੱਚ ਜਦੋਂ ਜਾਂਚ ਹੋਏਗੀ ਫਿਰ ਸਪਸ਼ਟ ਹੋਏਗਾ ਕਿ ਉਹ ਹੈਰੋਇਨ ਹੈ, ਚਿੱਟਾ ਹੈ, ਕੀ ਹੈ, ਪਰ ਉਸ ਪਦਾਰਥ ਨੂੰ ਵੀ ਬਰਾਮਦ ਕਰ ਲਿਆ ਗਿਆ। ਉਸ ਤੋਂ ਇਲਾਵਾ ਪੂਰਾ ਜੋ ਆਸ-ਪਾਸ ਦਾ ਇਲਾਕਾ ਉੱਥੇ ਜ਼ਰੂਰ ਸਰਚ ਆਪਰੇਸ਼ਨ ਚੱਲ ਰਿਹਾ, ਕਿਉਂਕਿ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਜਿੱਥੇ ਇੱਕ ਪਾਸੇ ਡਰੋਨ ਦੀ ਜਿਹੜੀ ਹਲਚਲ ਵਧੀ ਹੈ, ਦੂਸਰੇ ਪਾਸੇ ਡਰੋਨ ਕਈ ਥਾਵਾਂ ਤੇ ਬੀਐਸਐਫ ਵੱਲੋਂ ਜਿਹੜੇ ਨੇ ਉਹ ਹੇਠਾਂ ਵੀ ਸੁੱਟੇ ਗਏ ਨੇ। ਤਾਂ ਇੱਥੇ ਮੈਂ ਇਹ ਦੱਸਣਾ ਜ਼ਰੂਰੀ ਸਮਝਦਾ ਕਿਉਂਕਿ ਪੰਜਾਬ ਦੇ ਵਿੱਚ ਇੱਕਦਮ ਮੌਸਮ ਜਦੋਂ ਬਦਲਦਾ ਹੈ ਤਾਂ ਸਰਹੱਦੀ ਖੇਤਰ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਨਾਲੋਂ ਕਈ ਦਿਨ ਪਹਿਲਾਂ ਜਿਹੜੀ ਧੁੰਦ ਔਰ ਕੋਹਰਾ ਜਿਹੜਾ ਉਹ ਦੇਖਣ ਨੂੰ ਮਿਲਦਾ। ਤਾਂ ਇਸ ਕਰਕੇ ਕਿਉਂਕਿ ਖੁੱਲ੍ਹਾ
ਇਲਾਕਾ ਹੋਣ ਕਰਕੇ ਜਿਹੜੇ ਪਾਕਿਸਤਾਨ ਦੇ ਵਿੱਚ ਬੈਠੇ ਨਸ਼ਾ ਤਸਕਰ ਨੇ ਉਹ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਨੇ। ਪਰ BSF ਇਸ ਨੂੰ ਇੱਕ ਵੱਡੀ ਕਾਮਯਾਬੀ ਵੀ ਦੱਸ ਰਿਹਾ ਔਰ ਜਿਹੜੀਆਂ 2 ਮਹਿਲਾ ਕਾਂਸਟੇਬਲਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਉਹਨਾਂ ਨੂੰ ਸ਼ਾਬਾਸ਼ੀ ਵੀ ਜਿਹੜੇ BSF ਦੇ ਅਧਿਕਾਰੀ ਦਿੰਦੇ ਨਜ਼ਰ ਆ ਰਹੇ ਨੇ। ਤਾਂ ਪੁਲਿਸ ਇਸ ਨੂੰ ਇੱਕ ਵੱਡੀ ਪੁਲਿਸ ਦੇ ਨਾਲ ਜਿਹੜੀ BSF ਦੇ ਅਧਿਕਾਰੀ ਨੇ ਉਹ ਇਸ ਨੂੰ ਇੱਕ ਵੱਡੀ ਕਾਮਯਾਬੀ ਮੰਨ ਕੇ ਚੱਲ ਰਹੇ ਨੇ। ਜੀ ਠੀਕ ਹੈ ਰਾਜੀਵ, ਧੰਨਵਾਦ ਹੈ तमाम ਜਾਣਕਾਰੀ ਦੇ ਲਈ। ਤਾਂ ਸਰਹੱਦ ਤੇ ਨਾਪਾਕ ਸਾਜ਼ਿਸ਼ ਨਾਕਾਮ ਕੀਤੀ ਗਈ ਹੈ। ਅਕਸਰ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਕਿ ਡਰੋਨ ਦੀ ਫਾਇਰਿੰਗ ਤੋਂ ਬਾਅਦ ਡਰੋਨ ਤੇ ਜਦੋਂ ਫਾਇਰਿੰਗ ਹੋਈ ਤਾਂ ਉਹ ਭਾਰਤ ਤੋਂ ਬਾਅਦ ਪਾਕਿਸਤਾਨ ਵਾਲੇ ਪਾਸੇ ਮੁੜ ਗਿਆ, ਪਰ ਹੁਣ ਇੱਥੇ ਖਬਰ ਹੈ ਕਿ ਡਰੋਨ ਨੂੰ ਡੇਗ ਲਿਆ ਗਿਆ। ਪਿਛਲੇ ਦਿਨਾਂ ਦੇ ਵਿੱਚ ਵੀ ਅਜਿਹੀਆਂ ਕਈ ਖਬਰਾਂ ਆਈਆਂ ਜਦੋਂ ਡਰੋਨ ਜਿਹੜਾ ਉਹ ਡੇਗਿਆ ਗਿਆ ਔਰ ਉਸ ਤੋਂ ਬਾਅਦ ਬਰਾਮਦਗੀ ਵੀ ਹੋਈ ਹੈ ਸਰਚ ਆਪਰੇਸ਼ਨ ਦੇ ਦੌਰਾਨ, ਜਾਂ ਫਿਰ ਜਿਸ ਤਰੀਕੇ ਦੇ ਨਾਲ ਉਹ ਡਰੋਨ ਨੂੰ ਵੇਖਿਆ ਗਿਆ ਔਰ ਨਾਲ ਦੇ ਇਲਾਕਿਆਂ ਦੇ ਵਿੱਚ ਲਗਾਤਾਰ BSF ਮੁਸਤੈਦ ਹੈ ਔਰ ਚੌਕਸ ਹੈ। ਤਾਂ 3 ਤਸਵੀਰਾਂ ਦਿਖਾ ਰਹੇ ਹਾਂ ਫਿਰੋਜ਼ਪੁਰ, ਅੰਮ੍ਰਿਤਸਰ ਔਰ ਦੂਸਰੇ ਪਾਸੇ ਫਿਰ ਤੋਂ ਅੰਮ੍ਰਿਤਸਰ, ਯਾਨੀ ਕਿ ਕਿਸ ਤਰੀਕੇ ਦੀ ਡਰੋਨ ਵਾਲੀ ਸਾਜ਼ਿਸ਼ ਵੇਖਣ ਨੂੰ ਮਿਲੀ ਹੈ। ਫਿਰੋਜ਼ਪੁਰ ਦੇ ਵਿੱਚ ਦੱਸਦੀ ਕਿ 9 ਨਵੰਬਰ ਨੂੰ ਇਹ ਡਰੋਨ ਡੇਗਿਆ ਗਿਆ ਸੀ ਔਰ ਕਿਸ ਤਰੀਕੇ ਦੇ ਨਾਲ ਹੈਗਜ਼ਾਕਾਪਟਰ ਹੈ ਇਹ, ਜਿਸ ਨੂੰ ਡਰੋਨ ਦਾ ਇਹ ਨਾਂ ਹੈ, ਹੈਗਜ਼ਾਕਾਪਟਰ ਇਸ ਨੂੰ ਕਹਿੰਦੇ ਨੇ। ਕਿਸ ਤਰੀਕੇ ਦੇ ਨਾਲ ਲੈ ਕੇ ਜਾ ਰਹੇ ਨੇ, ਕਿੰਨਾ ਵਜ਼ਨ ਇਸ ਦੇ ਵਿੱਚ ਹੋਏਗਾ, ਇਹ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ। ਫਿਰੋਜ਼ਪੁਰ ਦੇ ਵਿੱਚ ਇਹ ਕਾਰਵਾਈ ਵੇਖਣ ਨੂੰ ਮਿਲੀ ਸੀ। 9 ਨਵੰਬਰ ਦਾ ਉਹ ਦਿਨ ਸੀ। ਤਾਂ ਅੰਮ੍ਰਿਤਸਰ ਦੇ ਵਿੱਚ 26 ਨਵੰਬਰ ਨੂੰ ਹਾਲ ਹੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਹਾਲ ਹੀ ਦੇ ਵਿੱਚ ਜੋ ਹੈ ਇਹ ਕਾਰਵਾਈ ਹੋਈ ਔਰ ਕਿਸ ਤਰੀਕੇ ਦੇ ਨਾਲ ਇਹ ਡਰੋਨ ਡੇਗੇ ਗਏ। ਇੱਥੇ ਵੀ ਫਾਇਰਿੰਗ ਹੋਈ ਸੀ ਔਰ ਡਰੋਨ ਡੇਗ ਲਿਆ ਗਿਆ ਸੀ। ਉਸ ਤੋਂ ਬਾਅਦ ਫਿਰ 29 ਨਵੰਬਰ ਨੂੰ ਯਾਨੀ ਕਿ ਅੱਜ ਦਾ ਦਿਨ ਅੰਮ੍ਰਿਤਸਰ ਦੇ ਵਿੱਚ ਇਹ ਕਾਰਵਾਈ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ। ਇਹ ਦੇਰ ਰਾਤ ਦੀ ਖਬਰ ਹੈ। ਦੇਰ ਰਾਤ ਇਸ ਡਰੋਨ ਜਿਹੜਾ ਨਜ਼ਰ ਆਇਆ ਸੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਤਾਂ 3 ਤਸਵੀਰਾਂ ਅੱਗੇ ਵਧਾਂਗੇ ਅਤੇ ਇੱਕ ਵੱਡੀ ਖਬਰ ਬਟਾਲਾ ਤੋਂ ਹੈ, ਜਿੱਥੇ ਬਟਾਲਾ ਦੇ ਵਿੱਚ ਅਕਾਲੀ ਵਰਕਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸ਼ੇਖੋਪੁਰ ਪਿੰਡ ਦੇ ਨੇੜੇ ਨੈਸ਼ਨਲ ਹਾਈਵੇ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸੋ ਦੱਸ ਦਈਏ ਕਿ ਕਾਰ ਦੇ ਵਿੱਚ ਜਾ ਰਿਹਾ ਸੀ ਅਕਾਲੀ ਵਰਕਰ ਜਿਸ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਸ਼ੇਖੋਪੁਰ ਪਿੰਡ ਦੇ ਨੇੜੇ ਇਹ ਵਾਰਦਾਤ ਹੋਈ ਹੈ। ਕਾਰ ਤੇ ਅੰਮ੍ਰਿਤਸਰ ਜਾ ਰਿਹਾ ਸੀ ਅਜੀਤਪਾਲ ਨਾਂ ਹੈ ਅਕਾਲੀ ਵਰਕਰ ਦਾ, ਜਿਸ ਦਾ ਕਤਲ ਹੋ ਗਿਆ। ਕਾਰ ਦੇ ਵਿੱਚ ਉਸ ਦੇ ਨਾਲ ਉਸ ਦਾ ਦੋਸਤ ਵੀ ਮੌਜੂਦ ਸੀ ਜਿਸ ਵੇਲੇ ਇਹ ਫਾਇਰਿੰਗ ਹੋਈ ਹੈ। ਕਾਰ ਤੇ ਸਵਾਰ ਹੋ ਕੇ ਇਹ ਹਮਲਾਵਰ ਆਏ ਸਨ ਜਿਨ੍ਹਾਂ ਨੇ ਗੋਲੀਆਂ ਵਰਾ ਦਿੱਤੀਆਂ। ਅਜੀਤਪਾਲ ਤੇ ਕਈ ਰਾਉਂਡ ਫਾਇਰ ਕੀਤੇ ਗਏ ਨੇ। ਤਾਂ ਇਹ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਕਿ ਅਜੀਤਪਾਲ ਦੀ ਇਹ ਪੁਰਾਣੀ ਤਸਵੀਰ ਹੈ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਔਰ ਦੂਸਰੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਘਰ ਦੀ ਤਸਵੀਰ ਹੈ ਜਿੱਥੇ ਇਸ ਵੇਲੇ ਮਾਤਮ ਦਾ ਮਾਹੌਲ ਹੈ, ਜਿੱਥੇ ਇਸ ਵੇਲੇ ਸਾਰੇ ਸੋਗ ਦੇ ਵਿੱਚ ਨੇ। ਤਾਂ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਔਰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਹਮਲਾਵਰ ਜਿਹੜੇ ਨੇ ਉਹ ਮੌਕੇ ਤੋਂ ਫਰਾਰ ਹੋ ਗਏ ਨੇ। ਬਿਸ਼ੰਬਰ ਬਿੱਟੂ ਫੋਨ ਲਾਈਨ ਤੇ ਨੇ ਜ਼ਿਆਦਾ ਜਾਣਕਾਰੀ ਲਈ ਪੱਤਰਕਾਰ। ਬਿਸ਼ੰਬਰ, ਕੀ ਹੈ ਜਾਣਕਾਰੀ ਹੁਣ ਤੱਕ ਦੀ, ਕੀ ਸਾਹਮਣੇ ਆਇਆ ਇਸ ਕੇਸ ਦੇ ਵਿੱਚ? ਲੋਕ ਕੌਣ ਨੇ, ਕੀ ਸਿਰਫ ਬਦਮਾਸ਼ ਸੀ ਲੁੱਟ ਦੀ ਵਾਰਦਾਤ ਨੂੰ ਲੈ ਕੇ, ਜਾਂ ਕਿਉਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ? ਬਿਲਕੁਲ ਜੀ, ਫਿਰ ਜੋ ਹੁਣ ਤੱਕ ਦੀ ਜਾਣਕਾਰੀ ਮਿਲੀ ਉਸ ਮੁਤਾਬਕ ਜਿਹੜੀ ਉਹ ਗੋਲੀ ਚੱਲਣ ਤੋਂ ਬਾਅਦ ਜਿਹੜੀ ਅੰਮ੍ਰਿਤਪਾਲ ਸਿੰਘ ਜਿਹੜੀ ਮੌਕੇ ਤੇ ਮੌਤ ਹੋ ਗਈ ਸੀ ਹਸਪੀਟਲ 'ਚ, ਉਹਦੀ ਜਿਹੜੀ ਡੈਡ ਬੋਡੀ ਅੰਮ੍ਰਿਤਸਰ ਹਸਪੀਟਲ ਵਿੱਚ ਆ, ਉੱਥੋਂ ਥੋੜੀ ਦੇਰ ਤੱਕ ਬਟਾਲਾ ਸਰਕਾਰੀ ਹਸਪਤਾਲ ਲਿਆਂਦੀ ਜਾਂਦੀ। ਉਸ ਤੋਂ ਬਾਅਦ ਉਹਨਾਂ ਪੋਸਟਮਾਰਟਮ ਹੋਏਗਾ। ਪੁਲਿਸ ਦਾ ਕਹਿਣਾ ਜੀ ਮਾਮਲਾ ਦਰਜ ਕਰ ਲਿਆ। ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਵੀ ਗੋਲੀ ਚਲਾਉਣ ਵਾਲੇ ਕੌਣ ਸੀ ਔਰ ਗੋਲੀ ਕਿਉਂ ਚਲਾਈ ਸੀ। ਤੋਂ ਜਿਹੜੀ ਨੇੜੇ ਤੇ ਇੱਕ ਸਬਵੇ ਟਰੈਕ ਬਣਿਆ ਸੀ ਜਿੱਥੇ ਖੜੇ ਸੀ, ਉਹਦੇ ਸਾਹਮਣੇ CCTV ਵੇਖੀ ਜਾ ਰਹੀ ਵੀ ਜਿਹੜੀ ਗੱਡੀ ਆਈ ਸੀ ਸ਼ਹਿਰ ਤੋਂ ਆਈ ਸੀ ਕਿਉਂ ਆਈ, ਔਰ ਉਸ ਦਾ ਕਹਿਣਾ ਜੀ ਕੋਈ ਹੀ ਗੋਲੀ ਮਾਰਨ ਵਾਲਾ ਹੌਸਲਾ, ਕਿਉਂਕਿ ਇਸ ਤਰ੍ਹਾਂ ਕੋਈ ਆਮ ਬੰਦੇ ਦਾ ਮਰਨ ਫਰਜ਼ ਨਹੀਂ ਬਣਦਾ ਵੀ ਗੋਲੀ ਮਾਰ ਕੇ ਚਲਾ ਜਾਣਾ। ਕੋਈ ਨਾ ਕੋਈ ਗੱਲ ਵਿੱਚੋਂ ਨਿਕਲ ਆਉਣੀ, ਥੋੜੀ ਤੱਕ ਪੁਲਿਸ ਦਾ ਕੰਮ ਖੁਲਾਸਾ ਕਰੇਗੀ। ਉਹ ਸਾਰੀ ਜਿਹੜੀ ਘਟਨਾ ਸਾਹਮਣੇ ਖੁੱਲ ਕੇ ਆਵੇਗੀ ਔਰ ਪਤਾ ਚੱਲ ਜਾਏਗਾ ਵੀ ਕਤਲ ਕਰਨ ਦਾ ਕਾਰਨ ਕੀ ਆ ਔਰ ਕਿਉਂ ਕੀਤਾ ਗਿਆ। ਕਿਉਂਕਿ ਕਤਲ ਕਰਨਾ ਕੋਈ ਆਮ ਰਾਹ ਜਾਂਦਾ ਗੋਲੀ ਚਲਾ ਕੇ ਜਿਹੜਾ ਕਤਲ ਨਹੀਂ ਕਰੇਗਾ, ਜਿਵੇਂ ਕਿਸੇ ਨਾਲ ਕੋਈ ਨਾ ਕੋਈ ਸਬੰਧ ਨਹੀਂ ਨਿਕਲਦਾ। ਇਸ ਕਰਕੇ ਪੁਲਿਸ ਥੋੜੀ ਦੇਰ ਤੱਕ ਸਾਰਾ ਖੁਲਾਸਾ ਕਰੇਗੀ। ਠੀਕ ਹੈ, ਧੰਨਵਾਦ ਹੈ ਬਿਸ਼ੰਬਰ तमाम ਜਾਣਕਾਰੀ ਲਈ। ਤਾਂ ਰਾਤ 12 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਵੇਲੇ ਸਾਰਾ ਕਤਲकांड ਵਾਪਰਿਆ ਹੈ। ਹਾਲਾਂਕਿ ਲੁੱਟ ਦੀ ਨੀਅਤ ਦੇ ਨਾਲ ਵੀ ਨਹੀਂ ਕਿਹਾ ਜਾ ਰਿਹਾ ਕਿ ਇਹ ਵਾਰਦਾਤ ਹੋਈ ਹੈ। ਤਾਂ ਹੁਣ ਕਿਤੇ ਨਾ ਕਿਤੇ ਕੋਈ ਰੰਜਿਸ਼ ਹੋ ਸਕਦੀ ਹੈ ਜਾਂ ਫਿਰ ਕੋਈ ਪੁਰਾਣਾ ਮਾਮਲਾ ਹੋ ਸਕਦਾ ਹੈ ਜਿਸ ਦੇ ਵਿੱਚ ਬਦਮਾਸ਼ ਆਏ ਨੇ, ਹਮਲਾਵਰ ਆਏ ਨੇ ਔਰ ਗੋਲੀਆਂ ਮਾਰ ਕੇ ਫਰਾਰ ਹੋ ਗਏ ਨੇ, ਜਿਸ ਤੋਂ ਬਾਅਦ ਅਕਾਲੀ ਵਰਕਰ ਅਜੀਤਪਾਲ ਦੀ ਮੌਤ ਹੋ ਗਈ ਹੈ। ਉਧਰ ਜਲੰਧਰ ਦੇ ਵਿੱਚ ਵੀ ਬਾਉਂਸਰ ਦਾ ਕਤਲ ਹੋਇਆ। ਬਾਉਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਗੋਲੀ ਮਾਰ ਕੇ ਕਤਲ ਕੀਤਾ ਗਿਆ। ਸਤਨਾਮ ਨਗਰ ਇਲਾਕੇ ਦੀ ਇਹ ਘਟਨਾ ਹੈ
ਟੈਕਸੀ ਯੂਨੀਅਨ ਦੇ ਪ੍ਰਧਾਨ ਤੇ ਕਤਲ ਦੇ ਇਲਜ਼ਾਮ ਲੱਗੇ ਨੇ। ਟੈਕਸੀ ਯੂਨੀਅਨ ਦੇ ਪ੍ਰਧਾਨ ਦੇ ਨਾਲ ਦੱਸਦੀ ਕਿ ਬਹਿਸਬਾਜ਼ੀ ਹੋਈ ਸੀ, ਸੋ ਜਿਸ ਤੋਂ ਬਾਅਦ ਇਹ ਸਾਰਾ ਕੁਝ ਵਾਕਿਆ ਵਾਪਰਿਆ ਹੈ। ਤਾਂ ਸਤਨਾਮ ਨਗਰ ਇਲਾਕੇ ਦੀ ਘਟਨਾ ਦੱਸੀ ਜਾ ਰਹੀ ਹੈ। ਜਲੰਧਰ ਦੇ ਵਿੱਚ ਇਹ ਹੋਇਆ ਜਿੱਥੇ ਬਾਉਂਸਰ ਦਾ ਕਤਲ ਕੀਤਾ ਗਿਆ। ਟੈਕਸੀ ਯੂਨੀਅਨ ਦੇ ਪ੍ਰਧਾਨ ਹੈ ਜਿਸ ਤੇ ਇਲਜ਼ਾਮ ਲੱਗੇ ਨੇ ਕਿ ਕਤਲ ਕੀਤਾ ਗਿਆ। 3 ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚੋਂ ਇੱਕ ਗੋਲੀ ਜਿਹੜੀ ਹੈ ਉਹ ਬਾਉਂਸਰ ਨੂੰ ਲੱਗੀ ਸੀ। ਸ਼ਰਾਬ ਦੇ ਨਸ਼ੇ ਵਿੱਚ ਦੱਸਦੀ ਕਿ ਗੋਲੀ ਮਾਰ ਕੇ ਇਹ ਕਤਲ ਕੀਤਾ ਗਿਆ ਔਰ ਬਾਉਂਸਰ ਦੇ ਦੋਸਤ ਦੀ ਮਾਂ ਨੂੰ ਵੀ ਜਿਹੜੀ ਹੈ ਉਹ ਗੋਲੀ ਲੱਗੀ ਹੈ। ਤਾਂ 2 ਤਸਵੀਰਾਂ ਦਿਖਾ ਰਹੇ ਹਾਂ। ਪਹਿਲੀ ਤਸਵੀਰ ਹੈ ਬਾਉਂਸਰ ਨੂੰ ਗੋਲੀ ਮਾਰੀ ਗਈ, ਦੂਸਰੀ ਤਸਵੀਰ ਹੈ ਮਾਮੂਲੀ ਝਗੜੇ ਦੇ ਵਿੱਚ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਇਹੀ ਵੱਡੇ ਸਵਾਲ ਆਏ ਦਿਨ ਹੀ ਖੜੇ ਹੋ ਰਹੇ ਨੇ ਕਿ ਸ਼ਰੇਆਮ ਜਿਹੜੀਆਂ ਗੋਲੀਆਂ ਨੇ ਉਹ ਕਿਉਂ ਵਰਾਈਆਂ ਜਾ ਰਹੀਆਂ ਨੇ, ਇਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਕਿਉਂ ਡਗਮਗਾਈ ਹੈ। ਬੇਸ਼ੱਕ ਉਹ ਆਪਸੀ ਰੰਜਿਸ਼ ਦਾ ਮਾਮਲਾ ਹੋਏ, ਬੇਸ਼ੱਕ ਲੁੱਟ ਖਸੁੱਟ ਦੇ ਵਿੱਚ ਹੋਏ ਜਾਂ ਫਿਰ ਹੋਰ ਕੋਈ ਵੀ ਕਾਰਨ ਹੋਵੇ, ਪਰ ਸ਼ਰੇਆਮ ਹੋ ਰਹੇ ਇਸ ਕਤਲ ਦੀਆਂ ਵਾਰਦਾਤਾਂ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ। ਤਾਏ ਚਾਚੇ ਦੇ ਸਕੇ ਮੁੰਡੇ ਆ ਜੀ, ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਦੋਨਾਂ ਦੀ ਆਪਸ ਦੇ ਵਿੱਚ, ਜਿਹਦੇ ਕਰਕੇ ਮਤਲਬ ਅੱਜ ਗੋਲੀਬਾਰੀ ਹੋਈ ਆ। ਅੱਗੇ ਵੀ ਜੋ ਬਲਜਿੰਦਰ ਦੇ ਕਹਿਣ ਦੇ ਮੁਤਾਬਕ 2-3 ਵਾਰੀ ਉਹਨੇ ਅੱਗੇ ਵੀ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨਾਲ, ਲੇਕਿਨ ਇਹ ਟਾਲਦੇ ਰਹੇ। ਅੱਜ ਬਲਜਿੰਦਰ ਦਾ ਕੋਈ ਦੋਸਤ ਸੋਨੂੰ ਘਰ ਆਇਆ ਸੀ, ਉਹਨੂੰ ਛੱਡਣ ਵਾਸਤੇ ਸੋਨੂੰ ਹੁਣੀ ਬਾਹਰ ਆਏ ਸੀ ਬਲਜਿੰਦਰ ਹੁਣੀ, ਤੇ ਇੰਨੀ ਦੇਰ ਨੂੰ ਜਿਹੜਾ ਵੇ ਗੁਰਮੀਤ ਉਹ ਲਿਖਾ ਗਿਆ ਆਪਣਾ ਮੋਟਰਸਾਈਕਲ ਲੈ ਕੇ, ਉਹਨਾਂ ਨੇ ਇਹਨਾਂ ਦੀ ਕਾਰ 'ਚ ਮੋਟਰਸਾਈਕਲ ਮਾਰਿਆ। ਉੱਥੋਂ ਇਹਨਾਂ ਦਾ ਥੋੜਾ ਜਿਹਾ ਮਾਮੂਲੀ ਜਿਹਾ ਵਿਵਾਦ ਹੋਇਆ, ਜਦ ਕਿ ਬਲਜਿੰਦਰ ਉਹਨਾਂ ਨੇ ਉਹ ਵਿਵਾਦ ਟਾਲਣ ਦੀ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਵਿਵਾਦ ਟਲ ਜਾਵੇ। ਉਹਨੇ ਇਹਨੂੰ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਤਾਏ ਦੇ ਮੁੰਡੇ ਨੂੰ, ਲੇਕਿਨ ਉਹਦੇ ਤਾਏ ਦੇ ਮੁੰਡੇ ਨੇ ਸ਼ਰਾਬ ਪੀਤੀ ਹੋਈ ਸੀ ਬਲਜਿੰਦਰ ਦੇ ਕਹਿਣ ਦੇ ਮੁਤਾਬਕ, ਔਰ ਉਹਨੇ ਆਪਣਾ ਜਿਹੜਾ ਲਾਇਸੈਂਸੀ ਰਿਵਾਲਵਰ ਸੀ ਉਹਦੇ ਨਾਲ ਕੱਢ ਕੇ ਫਾਇਰ ਇੱਕ ਰਵਿੰਦਰ ਕੁਮਾਰ ਸੋਨੂ ਦੇ ਮਾਰਿਆ ਜੋ ਕਿ ਉਹਦੀ ਛਾਤੀ ਤੇ ਲੱਗਾ ਤੇ ਉਹਦੀ ਜਿਹੜੀ ਮੌਤ ਹੋ ਗਈ ਆ। ਤੇ ਦੂਜਾ ਜਿਹੜਾ ਫਾਇਰ ਹੈ ਇੱਕ ਖਾਲੀ ਗਿਆ ਜਿਹੜਾ ਬਲਜਿੰਦਰ ਦੇ ਮਾਰਿਆ। ਤੀਜਾ ਫਾਇਰ ਜਿਹੜਾ ਬਲਜਿੰਦਰ ਦੀ ਮਾਤਾ ਦੇ ਲੱਤ ਦੇ ਉੱਤੇ ਲੱਗਾ ਵੇ। तो मैं तो SHO ਅਸੀਂ ਮੌਕੇ ਤੇ ਪਹੁੰਚੇ ਹਾਂ। ਮੌਕੇ ਤੇ ਪਹੁੰਚ ਕੇ ਇਹ ਚੀਜ਼ ਜਿਹੜੀ ਅਸੀਂ ਆਈ ਹੈ ਸਾਡੇ ਸਾਹਮਣੇ ਕਿ ਜਿਹੜਾ ਇਹ ਗੁਰਮੀਤ ਸਿੰਘ ਔਲਖ ਹੈ, ਆਮ ਤੌਰ ਇਹ ਮੇਰਾ ਖਿਆਲ ਸ਼ਾਇਦ ਆਪਣੇ ਟੈਕਸੀ ਯੂਨੀਅਨ ਦਾ ਪ੍ਰਧਾਨ ਹੈ। ਤੋ ਇਹਦਾ ਮਤਲਬ ਕਜ਼ਨ ਹੈ ਮੁੰਡਾ ਜਸਵੀਰ ਸਿੰਘ ਬਲਜਿੰਦਰ। ਉਹ ਗੱਡੀ ਖੜੀ ਕੀਤੀ ਹੋਈ ਸੀ ਤੇ ਗੱਡੀ ਖੜੀ ਕਰਨ ਤੋਂ ਥੋੜਾ ਜਿਹਾ ਇਹਨਾਂ ਦਾ ਆਪਸ ਵਿੱਚ ਹੀ ਕੋਈ ਮਾੜਾ ਮੋਟਾ ਤਕਰਾਰ ਹੋਇਆ, ਕੋਈ ਜ਼ਿਆਦਾ ਨਹੀਂ। ਲੇਕਿਨ ਜੋ ਬਲਜਿੰਦਰ ਦੇ ਦੱਸਣ ਦੇ ਮੁਤਾਬਕ ਇਹ ਜਿਹੜਾ ਗੁਰਮੀਤ ਸਿੰਘ ਸੀਗਾ ਇਹ ਕਾਫੀ ਜ਼ਿਆਦਾ ਸ਼ਰਾਬੀ ਹੋਇਆ ਸੀਗਾ। ਇਹਨਾਂ ਨੂੰ ਗਾਲੀ ਗਲੋਚ ਕਰਕੇ ਬਦਕਲਾਮੀ ਕਰਕੇ ਉਹ ਆਪਣੇ ਘਰ ਗਿਆ। ਘਰ ਬਿਲਕੁਲ ਇਹਨਾਂ ਦੇ ਨਾਲ ਨੇ। ਅੰਦਰੋਂ ਨੇ ਆਪਣਾ ਵੈਪਨ ਚੁੱਕਿਆ ਹੈਗਾ ਤੇ ਬਾਹਰ ਆ ਕੇ ਉਹਨੇ ਜਿਹੜਾ ਪਹਿਲਾ ਸਿੱਧਾ ਫਾਇਰ ਹੈਗਾ ਉਹਨੇ ਇਹ ਮੁੰਡੇ ਦੇ ਉੱਤੇ ਕੀਤਾ, ਰਵਿੰਦਰ ਦੇ ਉੱਤੇ। ਰਵਿੰਦਰ ਮਿਲਣ ਆਇਆ ਸੀ। ਇਹ ਐਕਚੁਅਲ ਜਿਹੜਾ ਮੁੰਡਾ ਬਲਜਿੰਦਰ ਹੈਗਾ ਵਾ ਇਹ ਇੱਕ ਇਹਨਾਂ ਦੀ ਇੱਕ ਬਾਉਂਸਰ ਕੰਪਨੀ ਆ। ਉਹ ਮੁੰਡਾ ਬਾਉਂਸਰ ਸੀ ਜਿਹਦੀ ਡੈਥ ਹੋਈ ਆ। ਉਹ ਆਪ ਇੱਕ ਦੂਜੇ ਨੂੰ ਮਿਲਣ ਗਿਲਣ ਆਉਂਦੇ ਜਾਂਦੇ ਰਹਿੰਦੇ ਆ। ਫਿਲਹਾਲ ਜਿਹੜੇ ਉੱਥੋਂ ਸਾਨੂੰ 2 ਕੈਟਰਸ ਮਿਲੇ ਹੈਗੇ ਨੇ, ਪਰ ਅਸੀਂ ਇਮੀਡੀਏਟਲੀ ਫਿਰ ਸਾਨੂੰ ਇੱਥੇ ਹਸਪੀਟਲ ਆਉਣਾ। ਅੱਗੇ ਵਧਾਂਗੇ ਤਾਂ ਖਬਰ ਹੁਣ ਪੰਜਾਬ ਦੇ ਲੋਕਾਂ ਦੇ ਨਾਲ ਜੁੜੀ ਹੈ। ਕੇਂਦਰ ਨੇ ਪੰਜਾਬ ਦੇ ਮੁਫਤ ਅਨਾਜ ਤੇ ਕੱਟ ਲਗਾ ਦਿੱਤਾ ਹੈ। पीएम गरीब कल्याण योजना है जिस दे तहत जो अनाज मिलता है तो उससे कट लग गया 11% का कट लगाया गया है। ऐतकी पंजाब नूं दस दी कि 11% कट अनाज मिलेगा इस स्कीम के तहत। अक्तूबर तो दसंबर महीने का एलोकेशन जो है भेजा गया है। इस दे विच 17.5 लाख लाभपात्री ने जिन्हां नूं अनाज नहीं मिलेगा। इस हिसाब के नाल पंजाब नूं खुद अपनी तरफों दस दईए कि पूर्ति जिहड़ी है वो करनी होएगी। तां इह कट लग्या है जिस तो बाद एक वड्डी चुनौती है पंजाब सरकार दे अगे, पंजाब दे अगे कि अनाज की पूर्ति कित्थों की जाएगी और जेकर की जाएगी तो बोझ जो है पंजाब सरकार ते पेगा। तो पंजाब नूं दस्सिए कि खुद अपनी तरफों ये पूर्ति करनी होएगी। जेकर पंजाब ये पूर्ति ना कर सकिया तो फिर 17.5 लाख परिवार ने लोग ने जिन्हां दे अनाज ते गंभीर संकट पेगा। दस दी कि पीएम गरीब कल्याण योजना है जिस दे तहत जरूरतमंद ने उन्हां नूं मुफ्त अनाज मिलता है और ये योजना जिहड़ी है वो शुरू की गई सी कोरोना दे वेले, जिस वेले एक वड्डी महामारी आई तो 17 लाख गरीब परिवार जिहड़े ने वो भुखे रहणगे। ग्राफिक के जरिए तुहानूं दिखा रहे हैं कि राशन कार्ड जिहड़े ने किन्ने लोकां दे ने, लाभपात्री किन्ने ने, कणक दी लोड़ किन्ने नूं है तो एलोकेशन किन्ने है। तो राशन कार्ड जिहड़े ने दस दिए कि 40.67 यानी कि 41 लाख परिवारां दे ने। लाभपात्री जिहड़े ने इस दे विच सीधे तौर ते 1.57 करोड़ यानी कि करीब 1.5 करोड़। उस तो बाद कणक की लोड़ जिहड़ी है वो हुंदी है 2.36 लाख मीट्रिक यानी कि इस सीधे तौर पर एक वड्डी मात्रा है। पर इस दे विच कटौती हुई है, एलोकेशन हुई है 212 लाख की, 212 लाख मीट्रिक टन की। तो कटौती कितनी हुई 24,000 के करीब
24,000 ਦੇ ਕਰੀਬ ਜਿਹੜੀ ਹੈ ਉਹ ਕਟੌਤੀ ਹੋਈ ਹੈ। 24,000 ਮੀਟ੍ਰਿਕ ਟਨ ਕਟੌਤੀ ਹੋਈ ਹੈ। ਪੰਕਜ ਕਪਾਹੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ। ਪੰਕਜ, ਕੀ ਕੁਝ ਜਾਣਕਾਰੀ ਹੈ ਹੋਰ, ਕਿਉਂਕਿ ਜੇਕਰ ਇਹ ਕਟੌਤੀ ਹੋਈ ਹੈ ਤਾਂ ਇਸ ਦਾ ਬੋਝ ਅਲਟੀਮੇਟਲੀ ਜਿਹੜਾ ਹੈ ਪੰਜਾਬ ਸਰਕਾਰ ਤੇ ਪਏਗਾ। निश्चित तौर से और थोड़ी देर पहला पंजाब सरकार के जिहड़े कैबिनेट मंत्री ने लालचंद कटारू उन्हां नाल न्यूज़ 18 की गलबात हुई तो उन्होंने इस बाबत कहा कि एक तो ये जिहड़े आंकड़े केंद्र सरकार वालों दिते गए है 2011 की जनगणना के मुताबिक दिते गए ने और 2022 से दोबारा जनगणना हो रही है। ये एक वजह तक 11% कटौती भी है। दूसरी वजह यह भी है कि ये घट आंकड़े जिहड़े सरकार के कोल ने उसकी वजह यह है कि पुरानियां सरकारां दे वेले कांग्रेस सरकार वेले अकाली सरकार वेले बहुत सारे अजिहे लोगों के राशन कार्ड बन गए या स्मार्ट कार्ड बन गए जिहड़े डिजर्व नहीं करते सीगे और इस बाबत हुण सरकार ने वल्लों यह फैसला लिता गया है कि एक तां केंद्र सरकार दे नाल गलबात की जाएगी कि राशन जिहड़ा कणक जिहड़ी है वो पहुंचाई जाए। दूसरा यह भी है कि सारे जिले के डिप्टी कमिश्नर जिहड़े ने उन्होंने हिदायत की गई है कि वो वेरीफिकेशन करन चैकिंग करन कि किहड़े लोग जिहड़े ने वो डिजर्व करते हैं और जिहड़े लोग डिजर्व नहीं करते उन्होंने तुरंत राशन कार्ड या स्मार्ट कार्ड जिहड़े ने वो रद्द किए जाण। जी ठीक है पंकज, धन्यवाद है तमाम जानकारी दे लई। ਤਾਂ ਹੁਣ ਕੈਬਨਿਟ ਮੰਤਰੀ ਦੇ ਵੱਲੋਂ ਕਹਿ ਦਿੱਤਾ ਗਿਆ ਜਿਨ੍ਹਾਂ ਦੇ ਕੋਲੇ ਡਿਪਾਰਟਮੈਂਟ ਹੈ ਉਹਨਾਂ ਦਾ ਕਹਿਣਾ ਕਿ ਇੱਕ ਤਾਂ ਸਰਕਾਰ ਨੂੰ ਕਿਹਾ ਜਾਏਗਾ ਕਿ ਜਿਹੜੀ ਬਾਕੀ ਦੀ ਬਚਦੀ ਅਨਾਜ ਦੀ ਜਿਹੜੀ ਕੋਟਾ ਹੈ ਉਸ ਨੂੰ ਦਿੱਤਾ ਜਾਵੇ, ਉਹ ਭੇਜਿਆ ਜਾਵੇ। ਔਰ ਦੂਸਰਾ ਇਹ ਹੈ ਕਿ ਜਿਹੜੇ ਲੋਕਾਂ ਨੂੰ ਲੋੜ ਨਹੀਂ ਹੈ ਤਾਂ ਉਹਨਾਂ ਦਾ ਇੱਕ ਵਾਰ ਨਿਰੀਖਣ ਕੀਤਾ ਜਾਵੇ। ਸਾਰੇ ਹੀ ਡਿਪਟੀ ਕਮਿਸ਼ਨਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ। ਇੱਕ ਵਾਰ ਗ੍ਰਾਫਿਕ ਦੇ ਜ਼ਰੀਏ ਦਿਖਾ ਰਹੇ ਹਾਂ ਤਾਂ ਕਿ ਬਹੁਤ ਸੌਖੇ ਤਰੀਕੇ ਦੇ ਨਾਲ ਸਮਝਿਆ ਜਾ ਸਕੇ ਆਖਰਕਾਰ ਇਸ ਵੇਲੇ ਦੀ ਸਥਿਤੀ ਕੀ ਹੈ। ਜੇਕਰ ਕੱਟ ਲਗਾਇਆ ਗਿਆ ਤਾਂ ਕਿੰਨੇ परिवार जिहड़े ने वो प्रभावित हो सकते हैं। हालांकि जेकर कोई सरकार हल नहीं करती तो जेकर पंजाब सरकार करती है तो फिर वो वेख्या जाएगा भविख दे विच। राशन कार्ड जिहड़े ने वो करीब 40.5 लाख या कह लीए कि 41 लाख के करीब बनाए हुए ने जिस दे तहत अनाज मिलता। उस बाद लाभार्थी ने करीब 1.5 करोड़ 1.57 करोड़ यानी कि 1.5 जिहड़े करोड़ ने उन्हां लोकां नूं ये मिलता है। उस तो बाद कणक की लोड़ जिहड़ी है किन्नी हुंदी है 2.36 लाख मीट्रिक। तो ये जिहड़ी कणक की लोड़ है वो मिलती है यानी कि 2.36। तो उस तो बाद जेकर गल की जाए एलोकेशन कितनी हुई है 212 लाख मीट्रिक टन एलोकेशन हुई है। कितना फर्क पेगा, घाटा कितना पै रहा, कटौती कितनी हुई है 24,000 मीट्रिक टन जिहड़ी है वो कटौती हुई है। तो यह वड्डा फर्क पैंदा होया नजर आ रहा है। उस तो बाद पंजाब सरकार कह रही है कि साडे वल्लों गल की जाएगी और उस तो बाद अगे वास्ते ਜਿਹੜੇ ਲੋਕ ਲੋੜਵੰਦ ਨਹੀਂ ਹਨ ਉਹਨਾਂ ਨੇ ਬੇਵਜ੍ਹਾ ਆਪਣੇ ਲਾਭ ਲੈਣ ਦੇ ਲਈ ਬਣਾਇਆ ਹੋਇਆ ਇਹ ਕਾਰਡ ਤਾਂ ਉਸ ਨੂੰ ਲੈ ਕੇ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਯਾਨੀ ਕਿ ਸਿੱਧੇ ਤੌਰ ਤੇ ਮਸਲਾ ਇਹੀ ਹੈ ਕਿ ਜਿਹੜੇ ਲੋਕ ਲੋੜਵੰਦ ਨਹੀਂ ਹਨ ਤਾਂ ਉਹਨਾਂ ਨੇ ਆਪਣੇ ਬੇਵਜ੍ਹਾ ਇਹ ਕਾਰਡ ਬਣਵਾਏ ਨੇ ਔਰ ਉਹਨਾਂ ਦੇ ਵੱਲੋਂ ਇਹ ਸਾਰਾ ਲਾਭ ਲਿਆ ਜਾ ਰਿਹਾ ਹੈ। ਤਾਂ ਕੇਂਦਰ ਨੇ ਪੰਜਾਬ ਦੇ ਲਈ ਕਣਕ ਦਾ ਕੋਟਾ ਘਟਾ ਦਿੱਤਾ। 17 ਲੱਖ ਗਰੀਬ ਪਰਿਵਾਰ ਭੁੱਖੇ ਰਹਿਣਗੇ ਜਾਂ ਨਹੀਂ ਰਹਿਣਗੇ ਇਸ ਨੂੰ ਲੈ ਕੇ ਸਵਾਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਕੱਟ ਲਗਾਇਆ ਗਿਆ ਇੱਕ ਤਾਂ ਜਨਗਣਨਾ ਦੇ ਮੁਤਾਬਿਕ ਜਿਸ ਤਰ੍ਹਾਂ ਦੇ ਨਾਲ ਪੰਕਜ ਕਪਾਹੀ ਦੱਸ ਰਹੇ ਸਨ ਕਿ ਆਖਰਕਾਰ 2022 ਦੇ ਵਿੱਚ ਹੋਣੀ ਹੈ 2011 ਦੇ ਹਿਸਾਬ ਦੇ ਨਾਲ ਇਹ ਸਾਰਾ ਉਹਨਾਂ ਨੇ ਕੀਤਾ ਹੈ। ਪਰ ਦੂਸਰੇ ਪਾਸੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਜਿਹੜੀ ਹੈ ਉਹਨਾਂ ਦੇ ਵੱਲੋਂ ਆਖਰਕਾਰ ਇਸ ਨੂੰ ਲੈ ਕੇ ਕਿਸ ਤਰੀਕੇ ਦਾ ਹੱਲ ਕੱਢਿਆ ਜਾਏਗਾ। एक तो कह रहे ने लालचंद कटारू चक कैबिनेट मंत्री उन्होंने कहना कि केंद्र सरकार नूं कहा जाएगा और दूजे पासे साडे वल्लों भी जिहड़े डीसी नूं हुकम जारी कर दिते गए ने कि दोबारा तो निरीखण किया जाए, वेरीफिकेशन की जाए कि जिहड़े लोकां नूं ये अनाज नहीं चाहिदा पर फिर भी वो लै रहे ने क्योंकि मर्सिडीज गड्डियां वाले किस तरीके दे नाल अनाज का फायदा लै रहे ने या फिर उन्होंने जो लोड़ नहीं है तो फिर उन्होंने वालों इसका नाजायज़ फायदा लिया जा रहा है। सो इस नूं लैके जिहड़ा वो जांच करवाई जाएगी और इस तो पहला भी बहुत सारिया खबरां बहुत सारिया तस्वीरां अजिहियां आईयां ने पिछले दिनों दे विच जिस नूं लैके सवाल उठते हैं। बेशक वो केंद्र की स्कीम होवे या फिर पंजाब सरकार की आटा दाल स्कीम होवे क्योंकि ये दोनों स्कीम के तहत जिहड़ा आटा है कणक है वो दी जाती है। ਤਾਂ ਪੰਜਾਬ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨਿਊਜ਼ 18 ਤੇ ਜੁੜ ਚੁੱਕੇ ਆ। ਕਟਾਰੂ ਚੱਕ ਜੀ 11% ਕੱਟ ਕੇਂਦਰ ਸਰਕਾਰ ਨੇ ਜਿਹੜਾ ਲਗਾਇਆ ਇਹ ਪੂਰਾ ਮਸਲਾ ਕੀ ਹੈ ਔਰ ਪੰਜਾਬ ਸਰਕਾਰ ਕੀ ਕਦਮ ਚੁੱਕੇਗੀ? ਦੇਖੋ ਇੱਕ ਤਾਂ ਜਿਹੜਾ ਪੰਜਾਬ ਦੇ ਅੰਦਰ ਨੈਸ਼ਨਲ ਫੂਡ ਐਕਟ ਦੇ ਤਹਿਤ ਜੀ ਪੰਜਾਬ ਦੀ ਜਿਹੜੀ 2011 ਦੀ ਜਨਗਣਨਾ ਦੇਸ਼ ਦੇ ਅੰਦਰ
2011 ਚ ਜਿਹੜੀ ਮਤਲਬ ਜਨਗਣਨਾ ਹੋਈ ਆ ਜੀ ਉਹਦੇ ਮੁਤਾਬਕ ਜਿਹੜੇ ਪੰਜਾਬ ਦੇ ਆਰਥਿਕ ਹਾਲਾਤ ਸਨ ਉਹਦੇ ਚ ਪੰਜਾਬ ਦੇ ਹਿੱਸੇ ਆਉਂਦਾ ਸੀਗਾ 1 ਕਰੋੜ 41 ਲੱਖ 45,000 ਤੇ 512 ਠੀਕ ਹੈ ਬੈਨੀਫਿਸ਼ੀਅਰੀ ਜਿਹੜੇ ਆ ਉਹ ਬਣੇ ਸੀਗੇ 2011 ਚ। ਠੀਕ ਹੈ ਇਹ 1 ਕਰੋੜ 41 ਲੱਖ 45,512 ਨੂੰ ਲਗਾਤਾਰ ਜਿਹੜਾ ਉਹ ਐਕਟ ਦੇ ਤਹਿਤ ਰਾਸ਼ਨ ਆ ਰਿਹਾ ਪੰਜਾਬ 'ਚ। ਠੀਕ ਹੈ ਇਸ ਤੋਂ ਇਲਾਵਾ ਪਿਛਲੇ ਸਮੇਂ ਦੇ ਅੰਦਰ ਵੱਖ-ਵੱਖ ਸਰਕਾਰਾਂ ਨੇ ਜੀ ਆਪਣੇ ਆਧਾਰ ਤੇ ਕੁਝ ਜਿਹੜੇ ਆ ਉਹ ਕਾਰਡ ਬਣਾਏ ਸਨ ਜਿਹੜੇ ਲਗਭਗ 15 ਲੱਖ ਦੇ ਕਰੀਬ ਹੈ। ਠੀਕ ਹੈ ਤੋ ਕੇਂਦਰ ਇਹਨੂੰ ਕੰਸੀਡਰ ਨਹੀਂ ਕਰਦਾ। ਕਰੋਨਾ ਕਾਲ ਦੇ ਅੰਦਰ 1-2 ਵਾਰੀ ਤਾਂ ਮਿਲੇ ਆ ਜੀ ਲੇਕਿਨ ਉਸ ਤੋਂ ਬਾਅਦ ਉਹ ਜਿਹੜੇ ਨੈਸ਼ਨਲ ਫੂਡ ਸਪਲਾਈ ਐਕਟ ਬਣਿਆ ਉਹਨਾਂ ਨੂੰ ਹੀ ਉਹ ਰੱਖ ਭੇਜਦਾ। ਸੋ ਇਹ 11% ਕੱਟ ਉਹਨਾਂ ਨੇ ਜਿਹੜਾ ਉਹ ਮਤਲਬ ਪਿਛਲੀ ਵਾਰੀ ਬੁਲਾਇਆ ਸੀਗਾ ਜੀ। ਸੋ ਇਹ ਹੁਣ ਮਤਲਬ ਪਾ ਕੇ ਤਾਂ ਟੋਟਲ ਸਾਡੇ 1 ਕਰੋੜ 57 ਲੱਖ 66,856 ਬਣਦੇ ਆ ਬੈਨੀਫਿਸ਼ੀਅਰੀ ਜਿਹੜੇ ਆ ਜੀ। ਸੋ ਇਹ ਹੁਣ ਪੰਜਾਬ ਦੇ ਅੰਦਰ ਇਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਜੀ ਸੋ ਜਿਹੜੇ ਲੋਕ ਲੋੜਵੰਦ ਨਹੀਂ ਹਨ ਜਿਵੇਂ ਪੰਜਾਬ ਦੀ ਚਰਚਾ ਵੀ ਹੁੰਦੀ ਆ ਜੀ ਕਿ ਬਹੁਤ ਸਾਰੇ ਕਾਰਡ ਐਸੇ ਬਣੇ ਆ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਸਰਕਾਰਾਂ ਨੇ ਆਪਣੇ ਸਿਆਸੀ ਲਾਭਾਂ ਲਈ ਬਣਾਏ ਆ। ਠੀਕ ਹੈ ਉਹ ਕਾਰਡਾਂ ਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਜੀ। ਮੈਨੂੰ ਲੱਗਦਾ ਹੈ ਵੀ ਇਹ ਪ੍ਰੋਪਰ ਲੋਕਾਂ ਦੀ ਮਤਲਬ ਜਿਹੜੀ ਆ ਉਹ ਆ ਜਾਣਗੇ ਲੇਕਿਨ ਇਹ ਜਿਹੜਾ ਕੱਟ ਲੱਗਿਆ ਹੋਇਆ ਕਿਉਂਕਿ ਇਹ ਹੁਣ ਇਹਦੇ ਬਾਰੇ ਚ ਮਤਲਬ ਮੈਂ ਇਹੀ ਕਹਿ ਸਕਦਾ ਵੀ ਪੰਜਾਬ ਦੇ ਅੰਦਰ ਜਿਹੜੇ ਲੋੜੋਵੰਦ ਬਣਾਏ ਆ ਕਾਰਡ ਇਹ ਹੁਣ ਜਿਹੜੇ ਆ ਵੈਰੀਫਿਕੇਸ਼ਨ ਚੱਲ ਰਹੀ ਹੈ ਜੀ ਠੀਕ ਹੋ ਜਾਊਗਾ। ਤਾਂ ਇਹ ਗੱਲਬਾਤ ਹੋਈ ਹੈ ਲਾਲ ਚੰਦ ਕਟਾਰੂ ਚੱਕ ਹੋਰਾਂ ਦੇ ਨਾਲ। ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਬਾਅਦ ਦੇ ਵਿੱਚ ਕਾਰਡ ਬਣੇ ਨੇ ਇੱਕ ਬਕਾਇਦਾ ਉਹਨਾਂ ਨੇ ਅੰਕੜਾ ਦੱਸਿਆ ਜੋ ਕਾਰਡ ਬਣੇ ਨੇ ਤਾਂ ਉਸ ਨੂੰ ਲੈ ਕੇ ਜਿਹੜੀ ਹੈ ਉਹ ਅੱਗੇ ਐਡ ਆਨ ਨਹੀਂ ਕੀਤਾ ਗਿਆ ਕੇਂਦਰ ਦੇ ਵੱਲੋਂ ਯਾਨੀ ਕਿ ਉਹ ਜਿਹੜੇ ਪਰਿਵਾਰ ਨੇ ਉਹ ਹੁਣ ਉਹਨਾਂ ਦੀ ਗਿਣਤੀ ਇਸ ਦੇ ਵਿੱਚ ਨਹੀਂ ਹੋਈ ਹੈ ਇਸ ਕਰਕੇ ਇਹ ਕਟੌਤੀ ਹੋਈ ਹੈ।